ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਪੰਜਾਬ ਮੇਲ USA TV। ਮੈਂ ਹਾਂ ਸੰਜੀਵ ਯਸ਼ ਖੰਨਾ। ਤੁਹਾਡਾ ਸਾਰਿਆਂ ਦਾ ਸਵਾਗਤ ਬਿਜ਼ਨਸ ਵਰਲਡ ਦੇ ਵਿੱਚ। ਦੁਨੀਆ ਦੇ ਵਿੱਚ ਇਨਇਕੁਐਲਿਟੀ ਵੱਧਦੀ ਜਾ ਰਹੀ ਹੈ, ਨਾ ਬਰਾਬਰੀ ਵੱਧਦੀ ਜਾ ਰਹੀ ਹੈ। ਕਿਹੜੀ ਇਨਇਕੁਐਲਿਟੀ? ਇਨਸਾਨ ਤੇ ਇਨਸਾਨ ਦੇ ਆਪਸ ਦਾ ਗੈਪ, ਅਮੀਰ ਤੇ ਗਰੀਬ ਦਾ ਅੰਤਰ ਲਗਾਤਾਰ ਵੱਧ ਰਿਹਾ ਹੈ। ਇਸ ਸਬਜੈਕਟ ਦੇ ਉੱਤੇ ਇੱਕ ਰਿਪੋਰਟ ਆਈ ਹੈ ਜੋ ਵਰਲਡ ਲੈਵਲ ਦੇ ਉੱਤੇ ਪ੍ਰਕਾਸ਼ਿਤ ਹੋਈ ਹੈ, ਪਬਲਿਸ਼ ਹੋਈ ਹੈ। ਉਸ ਦੇ ਬਾਰੇ ਅਸੀਂ ਗੱਲਬਾਤ ਕਰਾਂਗੇ। ਇਨਇਕੁਐਲਿਟੀ ਬਾਰੇ ਅਸੀਂ ਗੱਲਬਾਤ ਕਰਾਂਗੇ ਇਸ ਸਬਜੈਕਟ ਦੇ ਉੱਤੇ ਡਾਕਟਰ ਰਾਜੀਵ ਖੋਸਲਾ ਜੀ ਦੇ ਨਾਲ, ਜੋ ਕਿ ਇੱਕ ਜਾਣੇ ਮਾਣੇ ਇਕਨੋਮਿਸਟ ਨੇ, ਪ੍ਰੋਫੈਸਰ ਨੇ, ਲੈਕਚਰਰ ਨੇ ਇੱਕ ਯੂਨੀਵਰਸਿਟੀ ਦੇ ਵਿੱਚ, ਤੇ ਇਕਨੋਮਿਕਸ ਦੇ ਉੱਤੇ ਉਹਨਾਂ ਦੀ ਖਾਸ ਪਕੜ ਹੈ, ਖਾਸ ਰਿਸਰਚ ਹੈ। ਵੈਲਕਮ ਟੂ ਦ ਸ਼ੋ ਸਰ। ਥੈਂਕ ਯੂ ਜੀ, ਥੈਂਕ ਯੂ ਸੰਜੀਵ ਜੀ। ਰਾਜੀਵ ਜੀ, ਇਹ ਸਿੱਧੀ ਸਾਦੀ ਭਾਸ਼ਾ ਦੇ ਵਿੱਚ ਸਾਡੇ ਦਰਸ਼ਕਾਂ ਨੂੰ ਇਹ ਦੱਸੋ ਕਿ ਇਹ ਨਾ ਬਰਾਬਰੀ ਹੁੰਦੀ ਕੀ ਹੈ? ਸਰ, ਜਿਹੜੀ ਨਾ ਬਰਾਬਰੀ ਦੀ ਜਦੋਂ ਅਸੀਂ ਵਿਆਖਿਆ ਕਰਦੇ ਹਾਂ ਵੀ ਨਾ ਬਰਾਬਰੀ ਹੈ ਕੀ, ਨਾ ਬਰਾਬਰੀ ਕਿਸੇ ਵੀ ਪਾਸੇ ਆ ਸਕਦੀ ਹੈ। ਨਾ ਬਰਾਬਰੀ ਹੋ ਸਕਦੀ ਹੈ ਜਦੋਂ ਆਪਾਂ ਬੇਸਿਕ ਫੰਡਾਮੈਂਟਲ ਗੱਲ ਕਰਦੇ ਹਾਂ ਇਨਕਮਸ ਦੀ। ਨਾ ਬਰਾਬਰੀ, ਰਿਚ ਬਹੁਤ ਰਿਚ ਹੈ, ਅਮੀਰ ਇੰਨਾ ਅਮੀਰ ਹੈ, ਗਰੀਬ ਜਿਹੜਾ ਇੰਨਾ ਗਰੀਬ ਹੈ, ਉਹਨਾਂ ਦਾ ਪਾੜਾ ਆਪਸ ਦੇ ਵਿੱਚ ਬਹੁਤ ਜ਼ਿਆਦਾ ਹੈਗਾ। ਇਟ ਕੈਨ ਬੀ ਇਨ ਟਰਮਸ ਆਫ ਵੈਲਥ, ਜਿਹੜੀ ਸੰਪਤੀ ਹੈਗੀ ਹੈ ਉਹਦੇ ਵਿੱਚ ਵੀ ਨਾ ਬਰਾਬਰੀ ਹੋ ਸਕਦੀ ਹੈ। ਅਗੇਨ, ਰਿਚ ਕੈਨ ਬੀ ਵੈਰੀ ਰਿਚ, ਜਿਨ੍ਹਾਂ ਕੋਲ ਪੈਸਾ ਹੈ, ਜਿਨ੍ਹਾਂ ਕੋਲ ਸੰਪਤੀ ਹੈ, ਬਹੁਤ ਜ਼ਿਆਦਾ ਰਈਸ ਹੋ ਸਕਦੇ ਨੇ। ਜਿਹੜੇ ਪੂਅਰ ਹੈ, ਉਹ ਮਾਰਜਨਲਾਈਜ਼ ਸੈਕਸ਼ਨਸ ਨੇ, ਉਹ ਬਿਲਕੁਲ ਥੱਲੇ ਹੋ ਸਕਦੇ ਹੈ। ਫਿਰ ਨਾ ਬਰਾਬਰੀ ਹੋ ਸਕਦੀ ਹੈ ਜੀ ਇਨ ਟਰਮਸ ਆਫ ਜੈਂਡਰ। ਜੈਂਡਰ ਦੇ ਵਿੱਚ ਵੀ ਮੇਲ ਜਿਹੜਾ ਹੈ ਕੋਈ ਕੰਮ ਕਰੀ ਜਾ ਰਿਹਾ, ਸਿਰਫ ਉਸ ਕੰਮ ਦੇ ਵਿੱਚ, ਉਸ ਫੀਲਡ ਦੇ ਵਿੱਚ ਆਦਮੀ ਜਿੱਦਾਂ ਆਪਾਂ ਖੇਤੀਬਾੜੀ ਦਾ ਸੈਕਟਰ ਦੇਖਦੇ ਹਾਂ, ਖੇਤੀਬਾੜੀ ਖੇਤਰ ਦੇ ਵਿੱਚ ਦੇਖਦੇ ਹਾਂ, ਇੱਥੇ ਸਾਰੇ ਦੇ ਸਾਰੇ ਜਿਹੜੇ ਨੇ ਮੇਲਸ ਜਿਹੜੇ ਨੇ ਉਹ ਡੋਮੀਨੇਟ ਕਰਦੇ ਹੈ। ਇੰਡਸਟਰੀ ਸੈਕਟਰ ਦੇ ਵਿੱਚ ਮੇਲਸ ਡੋਮੀਨੇਟ ਕਰਦੇ ਹੈ। ਖੈਰ, ਹਿੰਦੁਸਤਾਨ ਦੇ ਬਾਰੇ ਜਿਹੜੀ ਇਸ ਰਿਪੋਰਟ ਨੇ ਵਿਆਖਿਆ ਕੀਤੀ ਉਹਦੇ ਤਾਂ ਸਾਰੇ ਸੈਕਟਰ ਦੇ ਵਿੱਚ ਹੀ ਮੇਲਸ ਡੋਮੀਨੇਟ ਕਰਦੇ ਹੈ। ਫੀਮੇਲਸ ਦਾ ਜਿਹੜਾ ਰੇਸ਼ੋ ਹੈ ਬਹੁਤ ਘੱਟ ਹੈ। ਚਲੋ ਆਪਾਂ ਇਹਦੀ ਗੱਲ ਬਾਅਦ ਚ ਕਰਾਂਗੇ। ਤੇ ਇੱਕ ਜਿਹੜੀ ਨਾ ਬਰਾਬਰੀ ਹੋ ਸਕਦੀ ਹੈ, ਈਵਨ ਪੋਲਿਊਸ਼ਨ ਜਿਹੜਾ ਫੈਲ ਰਿਹਾ, ਕਾਰਬਨ ਡਾਈਆਕਸਾਈਡ ਜਿਹੜੀ ਆ ਰਹੀ ਹੈ, ਜਿਸ ਤਰੀਕੇ ਦੇ ਨਾਲ ਅਸੀਂ ਆਪਣੇ ਕੁਦਰਤੀ ਸਰੋਤਾਂ ਨੂੰ ਯੂਜ਼ ਕਰ ਰਹੇ ਹਾਂ, ਉਹਨਾਂ ਦੀ ਵਰਤੋਂ ਵੇਲੇ ਜਿਹੜੀ ਆ ਰਹੀ ਹੈ ਨਾ ਬਰਾਬਰੀ, ਉਹਦੇ ਚ ਵੀ ਹੋ ਸਕਦੀ ਹੈ। ਜਿਹਦੇ ਚ ਰਿਚ ਬਹੁਤ ਜ਼ਿਆਦਾ ਕੰਟਰੀਜ਼ ਜਿਹੜੀਆਂ ਨੇ, ਵਿਕਸਿਤ ਮੁਲਕ ਜਿਹੜੇ ਨੇ, ਉਹ ਬਹੁਤ ਜ਼ਿਆਦਾ ਕੁਦਰਤੀ ਸਰੋਤਾਂ ਦੀ ਯੂਟੀਲਾਈਜੇਸ਼ਨ ਕਰ ਰਹੇ, ਜਦਕਿ ਥੱਲੜੇ ਜਿਹੜੇ ਮੁਲਕ ਨੇ ਉਹ ਰਹਿ ਜਾਂਦੇ ਨੇ, ਉਹ ਨਹੀਂ ਕਰ ਸਕਦੇ। ਤਾਂ ਇਹ ਨਾ ਬਰਾਬਰੀ ਕਿਸੇ ਵੀ ਖੇਤਰ ਦੇ ਵਿੱਚ ਆ ਸਕਦੀ ਹੈ, ਜਿਹਦਾ ਬੇਸਿਕ ਫੰਡਾਮੈਂਟਲ ਲੈਂਗੁਏਜ ਦੇ ਵਿੱਚ ਮਤਲਬ ਹੈ ਵੀ ਗਰੀਬ ਔਰ ਅਮੀਰ ਦੋਨਾਂ ਦੇ ਵਿੱਚ ਪਾੜਾ ਜਿਹੜਾ ਹੈ, ਉਹਦਾ ਅੰਤਰ ਜਿਹੜਾ ਹੈ ਬਹੁਤ ਜ਼ਿਆਦਾ ਹੋ ਜਾਣਾ। ਪੂਰੀ ਦੁਨੀਆ ਦੇ ਵਿੱਚ ਅਮੀਰ ਤੇ ਗਰੀਬ ਦਾ ਅੰਤਰ, ਗੈਪ ਬਹੁਤ ਜ਼ਿਆਦਾ ਵੱਧ ਰਿਹਾ ਹੈ। ਅਮੀਰ ਹੋਰ ਜ਼ਿਆਦਾ ਅਮੀਰ ਹੋ ਰਹੇ ਨੇ, ਗਰੀਬ ਹੋਰ ਜ਼ਿਆਦਾ ਗਰੀਬ ਹੋ ਰਹੇ ਨੇ। ਕਹਿੰਦੇ ਨੇ ਕਿ ਇਹ ਜਿਹੜੀਆਂ ਸਾਰੀਆਂ ਪਾਲਿਸੀਜ਼ ਬਣਦੀਆਂ ਨੇ, ਇਹ ਅਮੀਰਾਂ ਦੇ ਹੱਕ ਵਿੱਚ ਬਣਦੀਆਂ ਨੇ, ਗਰੀਬਾਂ ਦੇ ਹੱਕ ਵਿੱਚ ਨਹੀਂ ਬਣਦੀਆਂ। ਸਰ, ਜੋ ਇਸ ਰਿਪੋਰਟ ਨੇ ਜ਼ਾਹਰ ਕੀਤਾ ਉਹਦੇ ਚੋਂ ਤਾਂ ਇਦਾਂ ਹੀ ਲੱਗਦਾ। ਦੇਖੋ ਜੀ, ਉਹਨਾਂ ਨੇ ਬੜਾ ਕੈਟੇਗੋਰੀਕਲੀ ਇਸ ਚੀਜ਼ ਨੂੰ ਲਿਖਿਆ ਹੈ ਕਿ ਜਦੋਂ ਅਸੀਂ 19ਵੀਂ ਸ਼ਤਾਬਦੀ ਦੀ ਗੱਲ ਕਰਦੇ ਹਾਂ ਤੇ ਅੱਜ ਜਦੋਂ ਅਸੀਂ 21ਵੀਂ ਸ਼ਤਾਬਦੀ ਦੇ ਵਿੱਚ ਖੜੇ ਹਾਂ, ਤਾਂ ਇੱਥੇ ਜਿਹੜਾ ਫਰਕ ਹੈ 21ਵੀਂ ਸ਼ਤਾਬਦੀ ਦੇ ਵਿੱਚ ਉਸੇ ਤਰੀਕੇ ਦਾ ਜੋ 19ਵੀਂ ਸ਼ਤਾਬਦੀ ਦੇ ਵਿੱਚ ਸੀਗਾ। ਉਹਨਾਂ ਨੇ ਲਿਖਿਆ ਵੀ 1850 ਤੋਂ ਲੈ ਕੇ 1850 ਤੋਂ ਲੈ ਕੇ 1910 ਤੱਕ ਦੇ ਜੋ ਹਾਲਾਤ ਮੁਲਕਾਂ ਦੇ ਸੀ, ਅੱਜ 1991 ਤੋਂ ਬਾਅਦ 1980 ਤੋਂ ਲੈ ਕੇ, ਉਹਨਾਂ ਨੇ 80 ਦੀ ਗੱਲ ਕੀਤੀ, ਹਿੰਦੁਸਤਾਨ ਚ 1991 ਬਣਦਾ, 80 ਤੋਂ ਲੈ ਕੇ 2020 ਤੱਕ ਇਹ ਜਿਹੜਾ 40-50 ਸਾਲ ਦਾ ਵਕਫਾ ਜਿਹੜਾ ਹੈ, ਇਸ ਵਕਫੇ ਦੇ ਦੌਰਾਨ ਸਾਡੀ ਜਿਹੜੀ ਇਨਇਕੁਐਲਿਟੀ ਹੈ, ਪਾੜਾ ਜਿਹੜਾ ਹੈ, ਜਿਹੜੀ ਗੱਲ ਤੁਸੀਂ ਕੀਤੀ ਹੈ ਵੀ ਗਰੀਬ ਤੇ ਅਮੀਰ ਦਾ ਅੰਤਰ ਜਿਹੜਾ ਹੈ ਇਹ ਵੱਧਦਾ ਜਾ ਰਿਹਾ, ਜੋ ਕਿ ਵਿੱਚ ਠੀਕ ਹੋਇਆ ਸੀ, ਲੇਕਿਨ ਹੁਣ ਲਗਾਤਾਰ ਵੱਧਦਾ ਜਾ ਰਿਹਾ। ਇਹ ਰਿਪੋਰਟ ਦੀ ਤੁਸੀਂ ਗੱਲ ਕਰ ਰਹੇ ਹੋ, ਇਹ ਕਿਹੜੀ ਰਿਪੋਰਟ ਹੈ ਜਿਹੜੀ ਵਰਲਡ ਲੈਵਲ ਤੇ ਇਸ਼ੂ ਹੋਈ ਹੈ? ਕੌਣ ਇਸ਼ੂ ਕਰਦਾ ਹੈ? ਇਹ ਵਰਲਡ ਇਨਇਕੁਐਲਿਟੀ ਰਿਪੋਰਟ ਹੈ। ਗਲੋਬਲ ਵਰਲਡ ਇਨਇਕੁਐਲਿਟੀ ਰਿਪੋਰਟ ਜਿਹੜੀ ਹੈ, ਇਹਨੂੰ ਇਸ਼ੂ ਕਰਨ ਵਾਲੀ ਹੈਗੀ ਹੈ ਵਰਲਡ ਇਨਇਕੁਐਲਿਟੀ ਲੈਬ, ਜੋ ਕਿ ਪੈਰਿਸ ਸਕੂਲ ਆਫ ਇਕਨੋਮਿਕਸ ਉਹਨਾਂ ਵੱਲੋਂ ਇਹ ਜਾਰੀ ਕੀਤੀ ਜਾਂਦੀ। ਏਦਾਂ ਨਹੀਂ ਹੈ ਕਿ ਪਹਿਲੀ ਵਾਰੀ ਕਿਤੇ ਜਾਰੀ ਹੋਈ ਹੈ, ਇਸ ਤੋਂ ਪਹਿਲਾਂ ਵੀ ਇਹ ਅਟੈਂਪਟਸ ਹੋਏ ਨੇ, ਇਹ ਹੁਣ ਵੀ ਹੋ ਰਹੇ ਨੇ। ਔਰ ਇਹ ਜਿਹੜੀ ਪੈਰਿਸ ਸਕੂਲ ਆਫ ਇਕਨੋਮਿਕਸ ਹੈਗਾ, ਇਹਨਾਂ ਨੇ 2018 ਤੋਂ ਬਾਅਦ
ਇਸ ਰਿਪੋਰਟ ਨੂੰ ਇਹ ਚੌਥੀ ਵਾਰੀ ਜਾਰੀ ਕੀਤਾ ਹੈਗਾ। 2018 ਦਾ ਇੱਕ ਜਿਹਨੂੰ 2017 ਦੇ ਵਿੱਚ ਇਹਨਾਂ ਨੇ ਰਿਲੀਜ਼ ਕੀਤਾ ਸੀ। 4 ਦਸੰਬਰ 2017 ਨੂੰ ਇਹਨਾਂ ਨੇ ਉਸ ਰਿਪੋਰਟ ਨੂੰ ਰਿਲੀਜ਼ ਕੀਤਾ। ਉਹ ਤੋਂ ਉਹਦਾ ਜਿਹੜਾ ਨਾਮਕਰਨ ਕੀਤਾ ਸੀ ਵਰਲਡ ਇਨਇਕੁਐਲਿਟੀ ਰਿਪੋਰਟ 2018। ਉਸ ਤੋਂ ਬਾਅਦ 18 ਦੇ ਵਿੱਚ ਰਿਲੀਜ਼ ਕੀਤੀ ਵਰਲਡ ਇਨਇਕੁਐਲਿਟੀ ਰਿਪੋਰਟ 2019 ਚ ਰਿਲੀਜ਼ ਕੀਤੀ 20 ਔਰ ਹੁਣ 2021 ਦੇ ਵਿੱਚ ਜਿਹੜੀ ਇਹ ਰਿਪੋਰਟ ਰਿਲੀਜ਼ ਕੀਤੀ ਹੈ 7 ਦਸੰਬਰ ਨੂੰ, ਇਹਦਾ ਨਾਮ ਹੈ ਵਰਲਡ ਇਨਇਕੁਐਲਿਟੀ ਰਿਪੋਰਟ 2021। ਔਰ ਇਹਨੂੰ ਜਿਹੜੇ ਲਿਖਣ ਵਾਲੇ ਨੇ, ਇਹਦੇ ਜਿਹੜੇ ਆਥਰਸ ਨੇ, ਉਹਨਾਂ ਦੇ ਵਿੱਚ ਥਾਮਸ ਪਿਕੈਟੀ ਜਿਹੜੇ ਨੇ ਬੜੇ ਨੋਬਲ ਪ੍ਰਾਈਜ਼ ਵਿਨਰ ਹੈਗੇ ਨੇ, ਬੜੇ ਜਾਨੀ ਮਾਨੀ ਹਸਤੀ ਨੇ, ਉਹ ਇਹਦੇ ਨਾਲ ਐਸੋਸੀਏਟਡ ਨੇ। ਉਹਨਾਂ ਨਾਲ 4 ਆਥਰਸ ਹੋਰ ਨੇ, ਲੇਕਿਨ ਇਹ ਸਾਰੇ ਬੰਦਿਆਂ ਨੇ 40 ਮੁਲਕਾਂ ਦੇ ਬਾਰੇ ਡਿਟੇਲਸ ਦਿੱਤੀਆਂ ਹੈਗੀਆਂ। ਸਾਰੇ ਵਰਲਡ ਓਵਰ ਇਹ ਮੁਲਕ ਜਿਹੜੇ ਨੇ ਉਹਨਾਂ ਨੂੰ ਵਰਲਡ ਦੀ ਉਹਨੂੰ ਰਿਪਰੈਜ਼ੈਂਟ ਕਰਦੇ ਨੇ, ਪੂਰੇ ਸੰਸਾਰ ਨੂੰ, ਸਾਰੀਆਂ ਇਕੋਨਮੀਜ਼ ਨੂੰ। ਸੋ ਇਹ ਬੇਸ ਕੀ ਰਹਿੰਦਾ ਹੈ, ਕਿੱਦਾਂ ਕੈਲਕੂਲੇਟ ਕਰਦੇ ਨੇ ਕਿ ਅਮੀਰ ਕਿੰਨਾ ਹੈ, ਗਰੀਬ ਕਿੰਨਾ ਹੈ, ਗੈਪ ਕਿੰਨਾ ਹੈ, ਕੈਲਕੂਲੇਸ਼ਨ ਦਾ ਬੇਸ ਕੀ ਹੈ? ਚੀਜ਼ ਤਾਂ ਹੈਗਾ ਜੀ ਇਹ ਪਰਚੇਜ਼ਿੰਗ ਪੈਰਿਟੀ ਲੈਂਦੇ, ਪਰਚੇਜ਼ਿੰਗ ਪਾਵਰ ਪੈਰਿਟੀ। ਬਈ ਇੱਕ ਮੁਲਕ ਦੇ ਵਿੱਚ ਜੇ ਆਪਾਂ ਬੜੀ ਕਾਮਨ ਜੀ ਗੱਲ ਲਈਏ ਵੀ ਸੇਬ ਜਾਂ ਆਲੂ ਜਾਂ ਕੇਲੇ ਜਿਹੜੇ ਨੇ, ਇੱਕ ਮੁਲਕ ਦੇ ਵਿੱਚ ਉਹਨਾਂ ਦਾ ਭਾਅ ਕੀ ਹੈ ਤੇ ਬਾਕੀ ਮੁਲਕਾਂ ਦੇ ਵਿੱਚ ਉਹਨਾਂ ਦਾ ਭਾਅ ਕੀ ਹੈ, ਉਹਦੇ ਹਿਸਾਬ ਦੇ ਨਾਲ ਉਹਨੂੰ ਉਹ ਕੰਪੇਅਰ ਕਰਦੇ ਆ। ਪਹਿਲੀ ਚੀਜ਼ ਉਹਨੂੰ ਇਹ ਡਾਲਰ ਟਰਮਸ ਦੇ ਵਿੱਚ ਲੈ ਕੇ ਆਉਂਦੇ ਨੇ। ਦੂਜੀ ਚੀਜ਼ ਜਿਹੜੀ ਹੈ, ਜਿਹੜਾ ਆਪਾਂ ਕਹਿੰਦੇ ਆ 76 ਰੁਪਏ ਦਾ $1 ਹੋ ਗਿਆ, 75 ਰੁਪਏ ਦਾ $1 ਹੋ ਗਿਆ, ਉਹਨੂੰ ਪਰਚੇਜ਼ਿੰਗ ਪਾਵਰ ਪੈਰਿਟੀ ਦੇ ਵਿੱਚ ਲੈਂਦੇ, ਕਿਲੋਆਂ ਦੇ ਵਿੱਚ ਲੈਂਦੇ ਆ। ਪਹਿਲੀ ਚੀਜ਼ ਤਾਂ ਇਹ ਹੈ। ਦੂਜੀ ਚੀਜ਼ ਜਿਹੜੀ ਹੈ ਵੀ ਇਹਦੇ ਵਿੱਚ ਇਹਨਾਂ ਨੇ 8 ਜ਼ੋਨਸ ਬਣਾਈਆਂ ਨੇ। 8 ਜਿੱਦਾਂ ਸਬ ਸਹਾਰਨ ਅਫਰੀਕਾ ਹੈਗੀ ਹੈ, ਦੂਜੀ ਜ਼ੋਨ ਜਿਹੜੀ ਹੈ ਸਾਊਥ ਐਂਡ ਸਾਊਥ ਈਸਟ ਏਸ਼ੀਅਨ ਮੁਲਕ ਹੈਗੇ ਨੇ, ਤੀਜੀ ਜ਼ੋਨ ਦੇ ਵਿੱਚ ਇਹਨਾਂ ਨੇ ਲੈਟਿਨ ਅਮਰੀਕਨ ਮੁਲਕ ਲਿੱਤੇ ਨੇ, ਰਸ਼ੀਆ ਤੇ ਸੈਂਟਰਲ ਏਸ਼ੀਆ ਲਿੱਤਾ, ਫਿਰ ਮਿਡਲ ਈਸਟ ਐਂਡ ਨਾਰਥ ਅਫਰੀਕਾ ਲਿੱਤਾ ਹੈਗਾ, ਈਸਟ ਏਸ਼ੀਆ ਲਿੱਤਾ ਜਿਹਦੇ ਵਿੱਚ ਹਿੰਦੁਸਤਾਨ ਵੀ ਲਾਈ ਕਰਦਾ, ਯੂਰਪ ਲਿੱਤਾ ਔਰ ਨਾਰਥ ਅਮਰੀਕਾ ਲਿੱਤਾ ਹੈਗਾ। ਏਦਾਂ ਇਹਨਾਂ ਨੇ 8 ਜ਼ੋਨਸ ਦੇ ਵਿੱਚ ਮੁਲਕਾਂ ਨੂੰ ਡਿਵਾਈਡ ਕੀਤਾ ਔਰ ਜਿਹੜੀ ਪਰਚੇਜ਼ਿੰਗ ਪਾਵਰ ਪੈਰਿਟੀ ਦੇ ਹਿਸਾਬ ਦੇ ਨਾਲ ਇਹ ਗਰੀਬ ਔਰ ਅਮੀਰ ਦਾ ਅੰਤਰ ਜਿਹੜਾ ਹੈ ਉਹਨੂੰ ਕੈਲਕੂਲੇਟ ਕਰਨ ਦੀ ਇਹਨਾਂ ਨੇ ਕੋਸ਼ਿਸ਼ ਕੀਤੀ ਹੈ। ਦੇਖੋ, 2 ਜਾਣਿਆਂ ਨੂੰ ਆਪਾਂ ਲੈਂਦੇ ਹਾਂ, ਕਰੈਕਟਰ A, ਕਰੈਕਟਰ B, ਜਾਂ ਪੂਅਰ ਡੈਡ ਔਰ ਰਿਚ ਡੈਡ। ਰਿਚ ਡੈਡ ਨੂੰ ਉਹਨਾਂ ਦੇ ਐਂਸੈਸਟਰਸ ਕੋਲੋਂ ਪੁਸ਼ਤੈਨੀ ਬਹੁਤ ਕੁਝ ਮਿਲਿਆ, ਜ਼ਮੀਨ ਜਾਇਦਾਦ ਮਿਲੀ ਉਹਨਾਂ ਦੇ ਪੁਰਖਿਆਂ ਕੋਲੋਂ, ਰਾਈਟ, ਫੋਰਫਾਦਰਸ ਕੋਲੋਂ ਬਹੁਤ ਕੁਝ ਮਿਲਿਆ। ਹੀ ਇਜ਼ ਰਿਚ। ਜਿਹੜਾ ਪੂਅਰ ਡੈਡ ਹੈ ਉਹਨੂੰ ਕੁਝ ਵੀ ਨਹੀਂ ਮਿਲਿਆ, ਉਹ ਸਿਰਫ ਆਪਣੀ ਇਨਕਮ ਆਪਣੀ ਮਿਹਨਤ ਨਾਲ ਕਮਾ ਰਿਹਾ ਹੈ। ਤਾਂ ਗੈਪ ਤਾਂ ਇੱਥੇ ਜ਼ਿਆਦਾ ਹੋ ਗਿਆ ਕਿ ਵੈਲਥ ਜੋ ਹੈ ਉਹਦੀ ਡਿਵੀਜ਼ਨ ਠੀਕ ਨਹੀਂ ਹੈ ਸ਼ੁਰੂ ਤੋਂ ਹੀ। ਸੈਕਿੰਡ, ਡਿਵੀਜ਼ਨ ਆਫ ਇਨਕਮ, ਜੋ ਰਿਚ ਡੈਡ ਹੈ ਉਹਦੀ ਇਨਕਮ ਜ਼ਿਆਦਾ ਹੈ, ਪੂਅਰ ਡੈਡ ਦੀ ਇਨਕਮ ਘੱਟ ਹੈ, ਉੱਥੇ ਵੀ ਗੈਪ ਹੋ ਗਿਆ। ਤਾਂ ਉੱਥੇ ਡਿਵੀਜ਼ਨ ਆਫ ਇਨਕਮ ਵੀ ਠੀਕ ਨਹੀਂ ਹੈ। ਸੋ ਵੈਲਥ ਦੀ ਡਿਵੀਜ਼ਨ, ਇਨਕਮ ਦੀ ਡਿਵੀਜ਼ਨ, ਦੋਵਾਂ ਦੇ ਵਿੱਚ ਗੈਪ ਹੈ, ਦੋਵਾਂ ਦੇ ਵਿੱਚ ਇਨਇਕੁਐਲਿਟੀ ਹੈ, ਦੋਵਾਂ ਦੇ ਵਿੱਚ ਨਾ ਬਰਾਬਰੀ ਹੈ। ਇੱਕ ਦੀ ਜ਼ਿਆਦਾ ਵੈਲਥ ਹੈ, ਇੱਕ ਦੀ ਘੱਟ ਵੈਲਥ ਹੈ, ਇੱਕ ਦੀ ਜ਼ਿਆਦਾ ਇਨਕਮ ਹੈ, ਇੱਕ ਦੀ ਘੱਟ ਇਨਕਮ ਹੈ। ਤਾਂ ਅਸੀਂ ਇਕੁਐਲਿਟੀ ਕਿਵੇਂ ਲਿਆਵਾਂਗੇ, ਬਰਾਬਰ ਕਿਵੇਂ ਕਰਾਂਗੇ? ਜਿਹੜੀ ਤੁਸੀਂ ਗੱਲ ਕੀਤੀ ਇਹਦੇ ਵਿੱਚ ਬਿਲਕੁਲ ਤੁਸੀਂ ਇਸ ਰਿਪੋਰਟ ਦੇ ਵਿੱਚ ਇਹੀ ਜ਼ਾਹਰ ਕੀਤਾ ਜੋ ਗੱਲ ਤੁਸੀਂ ਕੀਤੀ ਹੈਗੀ ਆ। ਇਹਨਾਂ ਨੇ 4 ਪੈਰਾਮੀਟਰਸ ਦੇ ਉੱਪਰ ਵਰਲਡ ਦੀ ਇਨਇਕੁਐਲਿਟੀ ਨੂੰ ਕੈਲਕੂਲੇਟ ਮੈਜ਼ਰ ਕਰਨ ਦੀ ਕੋਸ਼ਿਸ਼ ਕੀਤੀ ਹੈ। ਪਹਿਲੀ ਜਿਹੜੀ ਇਨਇਕੁਐਲਿਟੀ ਹੈਗੀ ਹੈ ਦੈਟ ਇਜ਼ ਇਨ ਟਰਮਸ ਆਫ ਵੈਲਥ, ਬਈ ਸੰਪਤੀ ਦੇ ਤੌਰ ਤੇ ਕਿਸ ਦੇ ਕੋਲ ਜ਼ਿਆਦਾ ਸੰਪਤੀ ਹੈ। ਵਾਟ ਯੂ ਸੈਡ ਇਜ਼ ਵੈਰੀ ਰਾਈਟ, ਦ ਰਿਚ ਡੈਡ ਐਂਡ ਦ ਪੂਅਰ ਡੈਡ, ਕਿ ਇੱਕ ਬੰਦਾ ਉਹਨੂੰ ਇਨਹੈਰਿਟ ਹੋ ਗਈ, ਉਹਨੂੰ ਆਪਣੇ ਜਿਹੜਾ ਇਨਹੈਰੀਟੈਂਸ ਹੁੰਦੀ ਹੈ ਜੀ, ਜਿਹੜੀ ਬਾਪ ਦਾਦਿਆਂ ਤੋਂ ਜਿਹੜੀ ਪੁਸ਼ਤੈਨੀ ਜਾਇਦਾਦ ਮਿਲ ਜਾਣਾ। ਇੱਕ ਤਾਂ ਹੈਗਾ ਵੀ ਉਹਦੇ ਨਾਲ ਸੰਪਤੀ ਜਿਹੜੀ ਹੈ ਵੱਧਦੀ ਪਈ ਹੈ, ਉਹਨੂੰ ਉਹਨਾਂ ਨੇ ਵੈਲਥ ਇਨਇਕੁਐਲਿਟੀ ਦੇ ਤੌਰ ਤੇ ਮੈਜ਼ਰਮੈਂਟ ਕੀਤੀ ਹੈ। ਦੂਜਾ ਹੈ ਜਿਹੜਾ ਸਾਲ ਬਾਏ ਸਾਲ ਅਸੀਂ ਲੈਂਦੇ ਹਾਂ ਵੀ ਹਰ ਸਾਲ ਸਾਡੀ ਇਨਕਮਸ ਦੇ ਵਿੱਚ ਕਿੰਨਾ ਇਜ਼ਾਫਾ ਹੋ ਰਿਹਾ ਹੈ ਜਾਂ ਨਹੀਂ ਹੋ ਰਿਹਾ, ਜਾਂ ਕਿਹੜੇ ਲੋਕ ਨੇ ਜਿਨ੍ਹਾਂ ਦੀ ਇਨਕਮਸ ਦੇ ਵਿੱਚ ਹੋ ਰਿਹਾ ਤੇ ਕਿਹਨਾਂ ਦੀ ਇਨਕਮਸ ਦੇ ਵਿੱਚ ਨਹੀਂ ਹੋ ਰਿਹਾ। ਇਹ ਦੂਜਾ ਪੈਰਾਮੀਟਰ ਲਿੱਤਾ ਹੈਗਾ। ਤੀਸਰਾ ਪੈਰਾਮੀਟਰ ਉਹਨਾਂ ਨੇ ਲਿੱਤਾ ਜੈਂਡਰ ਦੇ ਤੌਰ ਤੇ, ਵੀ ਮੇਲ ਔਰ ਫੀਮੇਲ ਜਿਹੜੇ ਆਦਮੀ ਨੇ ਪੁਰਖਾਂ ਦੀ ਤੇ ਪੁਰਸ਼ ਜਿਹੜਾ ਉਹਨਾਂ ਦੀ, ਔਰ ਜਿਹੜੀਆਂ ਫੀਮੇਲਸ ਨੇ ਉਹਨਾਂ ਦੀ ਇਨਕਮਸ ਦੇ ਵਿੱਚ ਕਿੰਨਾ ਜ਼ਿਆਦਾ ਚੇਂਜ ਆ ਰਿਹਾ, ਕਿਆ ਫੀਮੇਲ ਪਾਰਟਿਸਿਪੇਸ਼ਨ ਰੇਟ ਵਧਿਆ ਜਾਂ ਨਹੀਂ ਵਧਿਆ।
ਚੌਥੀ ਜਿਹੜੀ ਚੀਜ਼ ਇਸ ਰਿਪੋਰਟ ਨੇ ਜ਼ਾਹਰ ਕੀਤੀ ਹੈ ਉਹ ਲੈ ਕੇ ਕੀਤੀ ਹੈ ਇਕੋਲੋਜੀ ਨੂੰ, ਵੀ ਪੋਲਿਊਸ਼ਨ ਜਿਹੜਾ ਹੈਗਾ ਉਹ ਕਿੰਨਾ ਵਧਿਆ ਹੈ ਜਾਂ ਘਟਿਆ। ਤਾਂ ਇਹ 4 ਪੈਰਾਮੀਟਰਸ ਜਿਹੜੇ ਨੇ, ਪਹਿਲਾ ਵੈਲਥ, ਦੂਜਾ ਹੈਗਾ ਜੀ ਇਨਕਮ, ਤੀਜਾ ਹੈਗਾ ਜੀ ਜੈਂਡਰ ਔਰ ਚੌਥਾ ਇਕੋਲੋਜੀ। ਇਹਨਾਂ ਨੂੰ ਲੈ ਕੇ ਇਸ ਰਿਪੋਰਟ ਨੇ ਡੇਟਾ ਜਿਹੜਾ ਹੈ ਪ੍ਰੋਵਾਈਡ ਕੀਤਾ ਇਨਇਕੁਐਲਿਟੀ ਦਾ। ਹਿਊਮਨ ਰਾਈਟਸ ਦੀ ਜੇ ਆਪਾਂ ਗੱਲ ਕਰੀਏ, UNO ਨੇ ਇੱਕ ਡੈਕਲੇਰੇਸ਼ਨ ਜੋ ਜਾਰੀ ਕੀਤਾ ਹੈ ਹਿਊਮਨ ਰਾਈਟਸ ਨੂੰ ਲੈ ਕੇ, ਉਹ ਹਿਊਮਨ ਰਾਈਟਸ ਦੀਆਂ ਧੱਜੀਆਂ ਨਹੀਂ ਉੱਡ ਗਈਆਂ ਇਸ ਰਿਪੋਰਟ ਨੂੰ ਦੇਖ ਕੇ? ਬਿਲਕੁਲ ਠੀਕ ਹੈ ਜੀ, ਜੇ ਮੈਂ ਬਚ ਰਿਹਾ ਸੀਗਾ ਪਰ ਤੁਸੀਂ ਮੈਨੂੰ ਉਸ ਪੁਆਇੰਟ ਤੇ ਲੈ ਕੇ ਹੀ ਆਂਦਾ ਹੈਗਾ। ਚਲੋ ਮੈਂ ਫਿਰ ਹੁਣ ਇਹਦੇ ਬਾਰੇ ਥੋੜਾ ਜਿਹਾ ਵਿਸਤਾਰ ਦੇ ਨਾਲ ਦੱਸ ਦਿੰਦਾ ਵੀ ਹਿਊਮਨ ਰਾਈਟਸ ਦੀਆਂ ਧੱਜੀਆਂ। ਬਿਲਕੁਲ ਠੀਕ ਹੈ ਜੀ, ਇਹ ਰਿਪੋਰਟ ਦੱਸਦੀ ਹੈ ਕਿ ਹਿਊਮਨ ਰਾਈਟਸ ਦੀਆਂ ਧੱਜੀਆਂ ਕਿਵੇਂ ਉੱਡਦੀਆਂ, ਕਿਉਂਕਿ ਜਦੋਂ ਅਸੀਂ ਕੌਮਾਂਤਰੀ ਲੈਵਲ ਦੇ ਉੱਤੇ ਦੇਖਦੇ ਹਾਂ, ਕੌਮਾਂਤਰੀ ਪੱਧਰ ਤੇ ਦੇਖਦੇ ਹਾਂ, ਵਰਲਡ ਲੈਵਲ ਦੇ ਉੱਤੇ ਇਸ ਚੀਜ਼ ਦੀ ਗੱਲ ਕਰਦੇ ਹਾਂ, ਉਹ ਕਹਿੰਦਾ ਵੀ ਸੰਪਤੀ ਜਿਹੜੀ ਹੈ, ਜਿਹੜੇ ਟੌਪ ਦੇ 10% ਲੋਕ ਨੇ ਜੀ ਦੁਨੀਆ ਦੇ ਵਿੱਚ, ਉਹਨਾਂ ਦੇ ਕੋਲ 76% ਦੁਨੀਆ ਦੀ ਸੰਪਤੀ ਹੈ। ਹਾਂਜੀ, ਟੌਪ 10% ਦੇ ਕੋਲ 76%, ਜਦਕਿ ਜਿਹੜੇ ਥੱਲੇ ਵਾਲੇ 50% ਲੋਕ ਨੇ ਉਹਨਾਂ ਕੋਲ ਸਿਰਫ 2% ਸੰਪਤੀ ਹੈ। ਪਹਿਲਾ ਜਿਹੜਾ ਉਹਨਾਂ ਨੇ ਇਸ ਚੀਜ਼ ਦਾ, ਜਿੱਥੇ ਉਹਨਾਂ ਨੇ ਦੱਸਿਆ, ਜਿਹੜੀ ਤੁਸੀਂ ਗੱਲ ਕਰ ਰਹੇ ਹੋ ਵੀ ਹਿਊਮਨ ਰਾਈਟਸ ਦੀਆਂ ਧੱਜੀਆਂ ਉਡਾਈਆਂ, 50% ਲੋਕਾਂ ਕੋਲ, ਦੁਨੀਆ ਦੀ ਆਬਾਦੀ 50%, ਉਹਦੇ ਕੋਲ ਸਿਰਫ 2% ਸੰਪਤੀ ਹੈ। ਦੂਜੀ ਚੀਜ਼ ਜਿਹੜੀ ਇਸ ਨੇ ਕਹੀ ਹੈ, ਉਹ ਰਿਪੋਰਟ ਕਹਿੰਦੀ ਜਦੋਂ ਅਸੀਂ ਇਨਕਮ ਵਾਲਾ ਪਾਸਾ ਦੇਖਦੇ ਹਾਂ, ਜਦੋਂ ਵੀ ਇਨਕਮ ਕਿੰਨੀ, ਉਹਦੇ ਚ ਇਨਇਕੁਐਲਿਟੀ ਕੀ ਹੈ, ਉਹ ਕਹਿੰਦਾ ਜੀ 10% ਲੋਕਾਂ ਦੇ ਕੋਲ, ਕਿਉਂਕਿ ਇਨਕਮ ਅਸੀਂ ਸਾਲ ਬਾਏ ਸਾਲ ਦੇਖਦੇ ਹਾਂ, ਮੈਂ ਪਹਿਲਾਂ ਵੀ ਗੱਲ ਕੀਤੀ ਹੈ, 10% ਲੋਕਾਂ ਦੇ ਕੋਲ 50% ਇਨਕਮ ਦਾ ਭਾਗ ਜਾਂਦਾ। ਜਿਹੜੀ ਇਨਕਮ ਜਨਰੇਸ਼ਨ ਹੋ ਰਹੀ ਹੈ ਦੁਨੀਆ ਦੇ ਵਿੱਚ, ਉਹਦਾ 10% ਲੋਕ 50% ਉਹਦਾ ਭਾਗ ਲੈ ਜਾਂਦੇ ਨੇ, ਤੇ ਜਦਕਿ ਜਿਹੜਾ ਬਾਟਮ ਦਾ ਹੈ, ਜਿਹੜੇ ਲੋਅਰ 50% ਲੋਕ ਹੈ, ਉਹਨਾਂ ਨੂੰ ਸਾਰਾ 8.5% ਮਿਲਦਾ। ਹੁਣ ਜੇ ਅਸੀਂ ਹਿੰਦੁਸਤਾਨ ਦੇ ਉੱਤੇ, ਚਲੋ ਮੈਂ ਇੱਕ ਹੋਰ ਵੀ ਇਹਦੇ ਫਿਕਰ ਦੇਣਾ ਚਾਹੁੰਦਾ ਜੀ, ਜਿਹੜੀ ਜੈਂਡਰ ਦੇ ਤੌਰ ਤੇ ਉਹਨਾਂ ਨੇ ਗੱਲ ਕੀਤੀ ਹੈ ਵੀ ਜੈਂਡਰ ਇਨਇਕੁਐਲਿਟੀ ਜਿਹੜੀ ਹੈਗੀ ਹੈ, ਮੇਲ ਔਰ ਫੀਮੇਲ ਦੇ ਵਿੱਚ ਜਿਹੜੀ ਇਨਇਕੁਐਲਿਟੀ ਵੱਧ ਰਹੀ ਹੈ, ਉਹ ਕਹਿੰਦੇ ਵੀ ਇਹਨਾਂ ਦੇ ਵਿੱਚ ਫੀਮੇਲ ਦਾ ਜਿਹੜਾ ਸ਼ੇਅਰ ਹੈਗਾ, ਜਿਹੜੀਆਂ ਲੇਡੀਜ਼ ਜਿਹੜੀਆਂ ਕੰਮ ਕਰਕੇ ਪੈਸਾ ਅਰਨ ਕਰਦੀਆਂ ਨੇ, ਉਹਨਾਂ ਨੂੰ ਸਿਰਫ 30%, 1990 ਦੇ ਵਿੱਚੋਂ 30% ਲੈਂਦੀ ਹੈ। 100 ਰੁਪਈਆ ਜੇ ਆਉਂਦਾ, ਉਹਦੇ ਚੋਂ 70 ਰੁਪਈਏ ਆਦਮੀ ਲੈ ਕੇ ਜਾਂਦਾ, ਸਿਰਫ 30 ਰੁਪਈਏ ਲੇਡੀਜ਼ ਨੂੰ ਮਿਲਦਾ ਸੀਗਾ। ਉਹ ਵੱਧ ਕੇ ਹੁਣ 2021 ਦੇ ਵਿੱਚ, ਯਾਨੀ 30 ਸਾਲਾਂ ਦੇ ਵਿੱਚ ਸਾਡੇ ਕੋਲ ਸਿਰਫ 35% ਹੋਇਆ। 100 ਚੋਂ ਹਜੇ ਵੀ ਪੁਰਸ਼ ਪ੍ਰਧਾਨ ਜਿਹੜੀ ਸਾਡੀ ਸੁਸਾਇਟੀਆਂ ਹੈਗੀਆਂ ਹਰ ਪਾਸੇ, ਇਹ ਵਰਲਡ ਓਵਰ ਮੈਂ ਗੱਲ ਕਰ ਰਿਹਾ, ਹਿੰਦੁਸਤਾਨ ਦੀ ਫਿਗਰਸ ਤੇ ਤਾਂ ਮੈਂ ਬਾਅਦ ਚ ਆਉਣਾ, ਮੈਂ ਵਰਲਡ ਦੀ ਗੱਲ ਕੀਤੀ ਹੈ ਹਜੇ ਵੀ ਵਰਲਡ ਓਵਰ ਜਿਹੜੀਆਂ ਫੀਮੇਲਸ ਦੇ ਨਾਲ ਇਨਇਕੁਐਲਿਟੀ ਹੋ ਰਹੀ ਹੈ। ਸਿਮਿਲਰਲੀ ਉਹਨਾਂ ਨੇ ਚੌਥਾ ਪੈਰਾਮੀਟਰ ਜਿਹੜਾ ਚੱਕਿਆ ਹੈਗਾ, ਉਹ ਇਕੋਲੋਜੀ ਚੱਕੀ ਹੈ ਵੀ ਪੋਲਿਊਸ਼ਨ ਜਿਹੜਾ ਹੈਗਾ, ਯੂਰਪ ਔਰ ਅਮਰੀਕਾ ਵਰਗੇ ਜਿਹੜੇ ਯੂਰਪ ਦੇ ਦੇਸ਼ ਨੇ ਤੇ ਅਮਰੀਕਾ ਜਿਹੜਾ ਹੈਗਾ, ਇੱਥੇ ਸਭ ਤੋਂ ਜ਼ਿਆਦਾ ਪੋਲਿਊਸ਼ਨ ਹੈ। ਨੈਚੁਰਲੀ ਇਹ ਲੋਕ ਡਿਵੈਲਪਡ ਹੈ, ਇਹਨਾਂ ਦੀਆਂ ਇੰਡਸਟਰੀਆਂ ਜ਼ਿਆਦਾ ਚੱਲਦੀਆਂ, ਤਾਂ ਪੋਲਿਊਸ਼ਨ ਵੀ ਇੱਥੇ ਸਭ ਤੋਂ ਜ਼ਿਆਦਾ। ਜਦਕਿ ਦੂਜੇ ਮੁਲਕਾਂ ਦੇ ਵਿੱਚ ਜਿਨ੍ਹਾਂ ਨੂੰ ਬਲੇਮ ਕੀਤਾ ਜਾਂਦਾ, ਜਿੱਦਾਂ ਹਿੰਦੁਸਤਾਨ ਜਾਂ ਚੀਨ ਜਾਂ ਹੋਰ ਜਿਹੜੇ ਏਸ਼ੀਅਨ ਮੁਲਕ ਨੇ, ਜਿਨ੍ਹਾਂ ਨੂੰ ਬਲੇਮ ਕੀਤਾ ਜਾਂਦਾ ਵੀ ਤੁਸੀਂ ਪੋਲਿਊਸ਼ਨ ਜ਼ਿਆਦਾ ਕ੍ਰੀਏਟ ਕਰ ਰਹੇ ਹੋ, ਤਾਂ ਸਰਪ੍ਰਾਈਜ਼ਿੰਗਲੀ ਸਾਡੇ ਕੋਲ ਪੋਲਿਊਸ਼ਨ ਘੱਟ ਹੈ। 4 ਪੈਰਾਮੀਟਰਸ ਦੇ ਉੱਤੇ ਇਹਨਾਂ ਦੇ ਮੈਂ ਜਿਹੜੀ ਗੱਲ ਕੀਤੀ ਹੈ ਵੀ ਇਹਦੇ 'ਚ ਹਾਈਲਾਈਟ ਕੀਤੇ ਹੋਏ ਆ ਜੀ ਇਹ ਫੈਕਟ। ਜੀ, ਤੁਸੀਂ ਦੇਖੋ ਕਿ ਇੰਨੇ ਸਾਲਾਂ ਦੀ ਖੋਜ ਤੋਂ ਬਾਅਦ, ਇੰਨੇ ਸਾਲਾਂ ਦੇ ਡਿਬੇਟਸ ਤੋਂ ਬਾਅਦ ਹਜੇ ਵੀ ਪੁਰਸ਼ ਔਰ ਇਸਤਰੀ ਦੇ ਵਿੱਚ ਫਰਕ ਸਮਝਿਆ ਜਾਂਦਾ ਹੈ, ਹਜੇ ਵੀ ਮੇਲ ਐਂਡ ਫੀਮੇਲ ਨੂੰ ਇਕੁਅਲ ਨਹੀਂ ਸਮਝਿਆ ਜਾਂਦਾ। ਤੇ ਹਾਲੇ ਅਸੀਂ ਟਰਾਂਸਜੈਂਡਰਸ ਦੀ ਗੱਲ ਕਰਨੀ ਹੈ, ਅਸੀਂ ਨਹੀਂ ਸਥਿਤੀ ਸਮਝ ਪਾ ਰਹੇ ਕਿ ਉਹਨਾਂ ਦੀ ਸਥਿਤੀ ਕੀ ਹੋਏਗੀ, ਉਹਨਾਂ ਨੂੰ ਕੀ ਸਟੇਟਸ ਮਿਲੇਗਾ, ਕਿਉਂਕਿ ਹਜੇ ਮੇਲ ਤੇ ਫੀਮੇਲ ਦੇ ਸਟੇਟਸ ਦਾ ਹੀ ਅਸੀਂ ਫੈਸਲਾ ਨਹੀਂ ਕਰ ਪਾ ਰਹੇ। ਸੋ ਅਗਲੀ ਗੱਲ ਤੁਸੀਂ ਕੀਤੀ ਹੈ ਇਕੋਲੋਜੀ ਦੀ, ਐਨਵਾਇਰਨਮੈਂਟ ਦੀ। ਗਲਾਸਗੋ ਦੇ ਵਿੱਚ ਥੋੜੇ ਦਿਨ ਪਹਿਲਾਂ ਇੱਕ ਬਹੁਤ ਵੱਡੀ ਤੁਸੀਂ ਕਹਿੰਦੇ ਹੋ ਡਿਬੇਟ ਹੋਈ ਹੈ, ਲੈ ਕੇ এনवायरमेंट ਨੂੰ ਲੈ ਕੇ ਸਾਰੇ ਦੁਨੀਆ ਦੇ ਦੇਸ਼ ਇਕੱਠੇ ਹੋਏ ਨੇ। ਹਾਲਾਂਕਿ ਰਸ਼ੀਆ ਤੇ ਚੀਨ ਬਾਹਰ ਰਹੇ ਨੇ, ਪਰ ਫਿਰ ਵੀ ਕਾਫੀ ਗਿਣਤੀ ਦੇ ਵਿੱਚ ਸਾਰੇ ਦੇਸ਼ ਆਏ ਨੇ ਤੇ ਉਹਨਾਂ ਨੇ ਬਹੁਤ ਵੱਡੀਆਂ ਗੱਲਾਂ ਵੀ ਕੀਤੀਆਂ ਨੇ। ਪਹਿਲਾਂ ਵੀ ਇਸ ਤਰ੍ਹਾਂ ਦੀਆਂ ਕਾਨਫਰੰਸਿਸ ਹੁੰਦੀਆਂ ਰਹੀਆਂ ਨੇ, ਉਹਦੇ ਵਿੱਚ ਵੀ ਗੱਲਾਂ ਹੁੰਦੀਆਂ ਰਹੀਆਂ ਨੇ। ਹੁਣ 2050 2070 ਇੱਥੋਂ ਤੱਕ ਦਾ ਇਹਨਾਂ ਨੇ ਡੈਡਲਾਈਨ ਦਿੱਤੀ ਹੈ ਕਿ ਅਸੀਂ এনवायरमेंट ਨੂੰ ਬਿਲਕੁਲ ਪੋਲਿਊਸ਼ਨ ਫ੍ਰੀ ਕਰ ਦੇਵਾਂਗੇ। ਬਟ ਜੋ ਇੰਡਸਟਰੀ ਪੋਲਿਊਸ਼ਨ ਫੈਲਾਉਂਦੀ ਹੈ ਉਸ ਨੂੰ ਤੁਸੀਂ ਬੰਦ ਨਹੀਂ ਕਰਨਾ ਚਾਹੁੰਦੇ। ਜੋ ਤੁਸੀਂ ਐਕਸਪਲੋਇਟ ਕਰਦੇ ਹੋ ਨੈਚੁਰਲ ਰਿਸੋਰਸਿਸ ਨੂੰ, ਬਲਕਿ ਓਵਰ ਐਕਸਪਲੋਇਟ ਕਰਦੇ ਹੋ,
ਉਹ ਵੀ ਤੁਸੀਂ ਬੰਦ ਨਹੀਂ ਕਰਨਾ ਚਾਹੁੰਦੇ, ਤਾਂ ਤੁਸੀਂ ਕਿਸ ਤਰ੍ਹਾਂ ਇਕੋਲੋਜੀਕਲ ਬੈਲੈਂਸ ਬਣਾਓਗੇ? ਤੁਸੀਂ ਕਿਸ ਤਰ੍ਹਾਂ এনवायरमेंट ਨੂੰ ਪੋਲਿਊਸ਼ਨ ਫ੍ਰੀ ਕਰੋਗੇ? प्रॉफिट कमाना चाहते हो और प्रॉफिट का फंडा तो यही है कि अपना प्रॉफिट देखो, भावें दूसरा बिल्कुल बर्बाद हो जाए। ਬਿਲਕੁਲ ਤੁਹਾਡੀ ਗੱਲ ਤੋਂ ਮੈਂ ਸਹਿਮਤ ਹੈ ਜੀ। ਇਹ ਸਾਡੇ ਉੱਤੇ, ਮੈਂ ਜਿਹੜੀ ਪਹਿਲੋਂ ਗੱਲ ਕਹੀ ਹੈ ਵੀ ਬਲੇਮ ਜਿਹੜਾ ਹੈਗਾ ਇਹ ਬਾਕੀ ਜਿਹੜੀਆਂ ਇਮਰਜਿੰਗ ਇਕਨੋਮੀਜ਼ ਨੇ ਉਹਨਾਂ ਦੇ ਉੱਤੇ ਆ ਰਿਹਾ ਕਿ ਇਹ ਲੋਕ ਜਿਹੜੇ ਨੇ ਜਾਂ ਇੱਥੇ ਦੀ ਜਨਤਾ ਜਿਹੜੀ ਹੈ ਪੋਲਿਊਸ਼ਨ ਜ਼ਿਆਦਾ ਕ੍ਰੀਏਟ ਕਰਦੀਆਂ ਜਾਂ ਇੰਡਸਟਰੀ ਇੱਥੇ ਦੀ ਜ਼ਿਆਦਾ ਪੋਲਿਊਸ਼ਨ ਕ੍ਰੀਏਟ ਕਰਦੀਆਂ। ਪਰ ਇਹ ਜਿੱਦਾਂ ਕੌਮਾਂਤਰੀ ਪੱਧਰ ਤੇ ਜਿਸ ਲੈਵਲ ਤੇ ਰਿਪੋਰਟ ਨਿਕਲੀ ਹੈ ਔਰ ਰਿਪੋਰਟ ਬਿਆਨ ਕਰਦੀ ਹੈ ਕਿ ਇਹ ਇਮਰਜਿੰਗ ਇਕਨੋਮੀਜ਼ ਦੇ ਨਾਲੋਂ ਇਹਦੇ ਵਿੱਚ ਕਸੂਰ ਜਿਹੜਾ ਹੈਗਾ ਉਹ ਜਿਹੜੇ ਵਿਕਸਿਤ ਮੁਲਕ ਨੇ, ਡਿਵੈਲਪਡ ਇਕਨੋਮੀਜ਼ ਨੇ, ਉਹਦਾ ਹੈਗਾ। ਮੈਂ ਇੱਕ ਫਿਗਰ ਦੇ ਕੇ ਆਪਣੀ ਗੱਲ ਇੱਥੇ ਪੂਰੀ ਕਰਨਾ ਚਾਹੁੰਦਾ। ਉਹ ਕਹਿੰਦਾ ਵੀ ਦੇਖੋ ਜੀ, ਬਾਟਮ 50% ਜਿਹੜੇ ਲੋਕ ਨੇ, ਜਿਹੜਾ ਥੱਲੜਾ ਭਾਗ ਹੈ 50% ਲੋਕ ਯੂਰਪ ਦੇ ਵਿੱਚ, ਇੱਕ ਬੰਦਾ 1 ਸਾਲ ਦੇ ਵਿੱਚ 5 ਟਨ ਪੋਲਿਊਸ਼ਨ ਜਿਹੜਾ ਹੈਗਾ ਉਹ ਰਿਸਪੌਂਸੀਬਲ ਹੈ ਪੋਲਿਊਸ਼ਨ ਕ੍ਰੀਏਟ ਕਰਨ ਦੇ। ਜਦਕਿ ਜਿਹੜੀਆਂ ਬਾਟਮ 50% ਈਸਟ ਏਸ਼ੀਅਨ ਕੰਟਰੀਜ਼ ਨੇ ਜਾਂ ਜਿਹੜਾ ਸਾਡਾ ਈਸਟ ਏਸ਼ੀਆ ਜਿੱਥੇ ਅਸੀਂ ਬੈਠੇ ਹਾਂ ਸਾਰੇ, ਹਿੰਦੁਸਤਾਨ ਵੀ ਹੈ, ਚੀਨ ਵੀ ਹੈ, ਇੰਡੋਨੇਸ਼ੀਆ ਵੀ ਹੈ, ਇੱਦਾਂ ਦੇ ਜਿਹੜੇ ਮੁਲਕ ਨੇ, ਇੱਥੇ ਦੇ ਜਿਹੜੇ ਬਾਟਮ ਜਿਹੜੇ 50% ਲੋਕ ਹੈ ਉਹ 3 ਟਨ ਪੋਲਿਊਸ਼ਨ ਕ੍ਰੀਏਟ ਕਰਨ ਦੇ ਲਈ, ਟੋਟਲ ਪੋਲਿਊਸ਼ਨ ਦੀ ਐਵਰੇਜ ਕੱਢੀ ਹੁੰਦੀ ਹੈ ਜੀ, ਉਹਦੇ ਲਈ ਰਿਸਪੌਂਸੀਬਲ ਨੇ। ਤਾਂ ਕਿਤੇ ਨਾ ਕਿਤੇ ਇੱਥੋਂ ਜ਼ਾਹਰ ਇਹੀ ਹੁੰਦਾ ਵੀ ਵਰਲਡ ਲੈਵਲ ਦੇ ਉੱਤੇ ਵੀ ਪੋਲਿਊਸ਼ਨ ਜਿਹੜਾ ਹੈਗਾ ਇਹਦੇ ਵਾਸਤੇ ਰਿਚ ਇਕਨੋਮੀਜ਼ ਜਿਹੜੀਆਂ ਨੇ ਉਹ ਜ਼ਿੰਮੇਵਾਰ ਨੇ। ਹਾਂ, ਕਾਰਬਨ ਡਾਈਆਕਸਾਈਡ ਦੇ ਲਈ ਉਹਨਾਂ ਨੇ ਸਟੈਪਸ ਲੈਣੇ ਸ਼ੁਰੂ ਕੀਤੇ ਹੈ। ਉਹਨਾਂ ਨੇ ਕੋਈ ਗ੍ਰੀਨ ਜਿਹੜੇ ਵਰਡਸ ਨੇ ਉਹ ਲਾ ਕੇ ਕਿ ਗ੍ਰੀਨ ecology and green bus, green transport, green cars and all that, ਉਹ green word use ਕਰਕੇ ਜ਼ਰੂਰ ਕੁਛ ਨਾ ਕੁਛ ਉਹ ਇਹਦਾ ਹੀਲਾ ਕਰਨ ਦੀ ਕੋਸ਼ਿਸ਼ ਕਰ ਰਹੇ ਆ। ਪਰ ਹਜੇ ਵੀ ਜਿਸ ਤਰੀਕੇ ਨਾਲ ਇਸ ਰਿਪੋਰਟ ਨੇ ਦੱਸਿਆ ਵੀ ਉਹਨਾਂ ਨੂੰ ਬਹੁਤ ਜ਼ਿਆਦਾ ਕਦਮ ਚੁੱਕਣ ਦੀ ਲੋੜ ਹੈ। ਡੀਜ਼ਲ ਦੇ ਨਾਲ ਉਹ ਕਈਆਂ ਮੁਲਕਾਂ ਨੇ ਕਹਿਤਾ ਵੀ ਅਸੀਂ ਡੀਜ਼ਲ ਦੀਆਂ ਕਾਰਾਂ ਨਹੀਂ ਚਲਾਵਾਂਗੇ, ਬੈਟਰੀ ਆਪਰੇਟਡ ਵਹੀਕਲ, ਸੋਲਰ ਆਪਰੇਟਡ ਵਹੀਕਲਸ, ਇਦਾਂ ਦੇ ਜ਼ਰੂਰ ਇਹ ਜਿਹੜੇ ਇਦਾਂ ਦੀ ਅਪੋਰਚੁਨਿਟੀਜ਼ ਜਿਹੜੀਆਂ ਨੇ ਉਹਨਾਂ ਨੂੰ ਐਨਕੈਸ਼ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪਰ ਹਜੇ ਵੀ ਟੀਚਾ ਜਿਹੜਾ ਹੈ ਉਹ ਬਹੁਤ ਦੂਰ ਹੈ। 2050 ਜਾਂ 2070 ਦੀ ਗੱਲ ਹੋ ਰਹੀ ਹੈ, ਉਹ ਬਹੁਤ ਦੂਰ ਦੀ ਗੱਲ ਹੈ। ਦੇਖੋ, ਗ੍ਰੀਨ ਸ਼ਬਦ ਦਾ ਹਜੇ ਤੱਕ ਕੋਈ ਮੀਨਿੰਗ ਨਹੀਂ ਹੈ, ਕੋਈ ਡੈਫੀਨੇਸ਼ਨ ਨਹੀਂ ਹੈ। ਤੁਸੀਂ ਇਹਨੂੰ ਕੋਈ ਵੀ ਡਿਫਾਈਨ ਨਹੀਂ ਕਰ ਸਕਦੇ ਕਿ ਗ੍ਰੀਨ ਸ਼ਬਦ ਦਾ ਮਤਲਬ ਕੀ ਹੁੰਦਾ ਹੈ। ਤੇ ਦੂਜੀ ਗੱਲ, ਤੁਸੀਂ ਹਮੇਸ਼ਾ ਨੇਚਰ ਤੋਂ ਲੈਣਾ ਜਾਣਦੇ ਹੋ, ਨੇਚਰ ਨੂੰ ਵਾਪਿਸ ਕਰਨਾ ਨਹੀਂ ਜਾਣਦੇ। ਸੋ ਇਹ ਸਾਰੀਆਂ ਗੱਲਾਂ ਸਾਡੇ ਸਾਹਮਣੇ ਆ ਰਹੀਆਂ ਨੇ ਕਿ ਇਮੋਸ਼ਨਲ ਹੋ ਕੇ, ਦੁਖੀ ਹੋ ਕੇ ਇੱਦਾਂ ਦੀਆਂ ਗੱਲਾਂ ਕਰਨੀਆਂ, ਦਿਖਾਉਣਾ, ਡਰਾਮਾ ਕਰਕੇ ਦਿਖਾਉਣਾ, ਉਹਦੇ ਨਾਲ ਇਕੋਲੋਜੀਕਲ ਬੈਲੈਂਸ ਠੀਕ ਨਹੀਂ ਹੋਣ ਵਾਲਾ, ਉਹਦੇ ਨਾਲ এনवायरमेंट ਠੀਕ ਨਹੀਂ ਹੋਣ ਵਾਲੀ। ਤੇ ਅਸੀਂ ਜਦੋਂ ਆਦੀਵਾਸੀਆਂ ਦੀ ਗੱਲ ਕਰਦੇ ਹਾਂ ਕਿ ਜਿਹੜੇ ਪੜ੍ਹੇ ਲਿਖੇ ਨਹੀਂ, ਜੰਗਲਾਂ ਵਿੱਚ ਰਹਿੰਦੇ ਨੇ, ਜੇ ਉਹਨਾਂ ਦੀ ਸੋਚ ਦੇਖੀਏ ਤਾਂ ਬੜੀ ਖੂਬਸੂਰਤ ਗੱਲ ਕਰਦੇ ਨੇ ਕਿ ਜਦੋਂ ਧਰਤੀ ਦੇ ਉੱਤੋਂ ਆਖਰੀ ਦਰਖਤ ਵੱਢਿਆ ਗਿਆ, ਜਦੋਂ ਆਖਰੀ ਮੱਛੀ ਫੜੀ ਗਈ, ਜਦੋਂ ਆਖਰੀ ਨਦੀ ਸੁੱਕ ਗਈ, ਉਦੋਂ ਤੁਹਾਨੂੰ ਪਤਾ ਲੱਗੇਗਾ এনवायरमेंट ਕੀ ਹੁੰਦਾ ਹੈ, ਇਕੋਲੋਜੀ ਕੀ ਹੁੰਦੀ ਹੈ, ਜਲਵਾਯੂ ਕੀ ਹੁੰਦਾ ਹੈ। ਖੈਰ, ਅਸੀਂ ਆਦੀਵਾਸੀਆਂ ਤੋਂ ਇਹ ਗੱਲ ਸਿੱਖ ਸਕਦੇ ਹਾਂ ਜਿਹੜੇ ਅਸੀਂ ਆਪਣੇ ਆਪ ਨੂੰ ਮਾਡਰਨ ਕਹਿੰਦੇ ਹਾਂ, ਪੜ੍ਹੇ ਲਿਖੇ ਕਹਿੰਦੇ ਹਾਂ। ਸੋ ਖੋਸਲਾ ਸਾਹਿਬ, ਇੱਕ ਗੱਲ ਬਿਲਕੁਲ ਸਪਸ਼ਟ ਹੋ ਜਾਂਦੀ ਹੈ ਕਿ ਹੁਣ ਅਸੀਂ ਜੇ ਹਿਊਮਨ ਰਾਈਟਸ ਦੇ ਉੱਤੇ ਬੇਸ ਕਰੀਏ ਹਰ ਚੀਜ਼ ਨੂੰ, ਹਰ ਪਾਲਿਸੀ ਨੂੰ, ਹਰ ਡਿਜ਼ਾਈਨ ਨੂੰ, ਇਕਨੋਮੀ ਨੂੰ, ਤਾਂ ਬਿਲਕੁਲ ਅਸੀਂ ਇਸ ਗੱਲ ਤੇ ਪਹੁੰਚ ਸਕਦੇ ਹਾਂ ਕਿ ਅਸੀਂ ਕਿਸ ਤਰ੍ਹਾਂ ਵਰਲਡ ਦੇ ਵਿੱਚ, ਪੂਰੀ ਦੁਨੀਆ ਦੇ ਵਿੱਚੋਂ ਇਨਇਕੁਐਲਿਟੀ ਖਤਮ ਕਰ ਸਕਦੇ ਹਾਂ। ਕਿਉਂਕਿ 2050 2070 ਬਹੁਤ ਲੰਬੀਆਂ ਡੇਟਸ ਨੇ ਤੇ ਇਕਨੋਮਿਕਸ ਦਾ ਇੱਕ ਰੂਲ ਹੈ ਕਿ ਇਨ ਦੀ ਲੌਂਗ ਰਨ ਵੀ ਵਿਲ ਆਲ ਡਾਈ। ਸੋ ਜੋ ਕਰਨਾ ਪਏਗਾ ਹੁਣੇ ਕਰਨਾ ਪਏਗਾ, ਚਾਹੇ ਉਹ ਵਰਲਡ ਲੈਵਲ ਤੇ ਹੈ, ਚਾਹੇ ਉਹ ਇੰਡੀਆ ਦੇ ਲੈਵਲ ਤੇ ਹੈ। ਸੋ ਹਿਊਮਨ ਰਾਈਟਸ ਨੂੰ ਦੇਖਦੇ ਹੋਏ ਇੰਡੀਆ ਦੇ ਲੈਵਲ ਤੇ ਅਸੀਂ ਆਉਂਦੇ ਹਾਂ ਕਿ ਇੰਡੀਆ ਦੀ ਪਿਕਚਰ ਕੀ ਸ਼ੋ ਹੁੰਦੀ ਹੈ, ਇੰਡੀਆ ਦਾ ਕੀ ਸੀਨ ਹੈ। ਜਿਹੜੀ ਹਿੰਦੁਸਤਾਨ ਦੇ ਬਾਰੇ ਉਹਨਾਂ ਨੇ ਮੁੱਢਲੇ ਤੌਰ ਤੇ ਗੱਲ ਕੀਤੀ, ਉਹ ਕਹਿੰਦੇ ਪੂਅਰ ਐਂਡ ਵੈਰੀ ਅਨਈਕੁਅਲ ਕੰਟਰੀ। ਮਤਲਬ ਜਿੰਨੇ ਵੀ ਮੁਲਕਾਂ ਦਾ ਉਹਨਾਂ ਨੇ ਵਿਸ਼ਲੇਸ਼ਣ ਕੀਤਾ ਉਹਦੇ ਵਿੱਚ ਉਹਨਾਂ ਨੇ ਕਿਹਾ ਹਿੰਦੁਸਤਾਨ ਇੱਕ ਅਜਿਹਾ ਗਰੀਬ ਮੁਲਕ ਹੈ। ਇਮਰਜਿੰਗ ਨਹੀਂ ਕਿਹਾ ਉਹਨਾਂ ਨੇ, ਪੂਅਰ ਐਂਡ ਵੈਰੀ ਅਨਈਕੁਅਲ ਕੰਟਰੀ, ਜਿੱਥੇ ਬਹੁਤ ਜ਼ਿਆਦਾ ਬਰਾਬਰਤਾ ਦੀ ਕਮੀ ਹੈ।
ਨਾ ਬਰਾਬਰੀ ਜਿਹੜੀ ਹੈ ਬਹੁਤ ਜ਼ਿਆਦਾ ਵਧੀ ਹੋਈ ਹੈ। ਹੁਣ ਉਹ ਚਾਰਾਂ ਪੈਰਾਮੀਟਰਸ ਤੇ ਉਹਨਾਂ ਨੇ ਹਿੰਦੁਸਤਾਨ ਦੀ ਗੱਲ ਕੀਤੀ। ਪਹਿਲੇ ਪੈਰਾਮੀਟਰ ਉਹਨਾਂ ਨੇ ਚੱਕਿਆ ਜਿਹੜਾ ਵੈਲਥ, ਸੰਪत्ति ਦੀ ਗੱਲ ਕੀਤੀ। ਉਹ ਕਹਿੰਦੇ ਜੀ ਹਿੰਦੁਸਤਾਨ ਦੇ ਵਿੱਚ ਜਿਹੜੇ 10% ਲੋਕ ਨੇ ਉਹਨਾਂ ਦੇ ਕੋਲ 65% ਪੂਰੀ ਸੰਪत्ति ਹੈ। ਹਿੰਦੁਸਤਾਨ ਦੀ ਪੂਰੀ ਸੰਪत्ति 65% 10% ਲੋਕਾਂ ਦੇ ਕੋਲ ਹੈ, ਔਰ ਜਿਹੜਾ ਥੱਲੜਾ 50% ਜਿਹੜਾ ਭਾਗ ਹੈ ਉਹਨਾਂ ਕੋਲ 6% ਹੈ। ਇਸ ਤੋਂ ਵੀ ਵੱਧ ਕੇ ਉਹਨਾਂ ਨੇ ਇੱਕ ਹੋਰ ਗੱਲ ਕੀਤੀ। ਉਹ ਕਹਿੰਦੇ ਜਿਹੜਾ 1% ਹਿੰਦੁਸਤਾਨ ਦਾ ਟੌਪ 1%, ਜਿਨ੍ਹਾਂ ਦੇ ਵਿੱਚ ਅਸੀਂ ਅੰਬਾਨੀਜ਼, ਅਦਾਨੀਜ਼, ਟਾਟਾਜ਼ ਇਹਨਾਂ ਦਾ ਨਾਮ ਲੈਂਦੇ ਆ, ਇਹਨਾਂ ਦੇ ਕੋਲ 33% ਭਾਗ ਹੈ ਸਾਡੀ ਪੂਰੀ ਸੰਪत्ति ਦਾ। ਹਿੰਦੁਸਤਾਨ ਦੀ ਪੂਰੀ ਸੰਪत्ति ਚੋਂ 33% ਭਾਗ ਸਿਰਫ 1% ਲੋਕਾਂ ਦੇ ਹੱਥ ਦੇ ਵਿੱਚ ਹੈ, ਜੋ ਕਿ ਇਹ ਸ਼ੋ ਕਰਦਾ ਕਿ ਬਹੁਤ ਜ਼ਿਆਦਾ ਇਨਇਕੁਐਲਿਟੀ ਹੈ। ਦੂਜੀ ਚੀਜ਼ ਇਨਕਮ ਦੇ ਵਿੱਚ ਆ ਜਾਈਏ। ਜਿਹੜਾ ਅਸੀਂ ਇਨਕਮ ਜਿਹੜੀ ਸਾਲ ਦਰ ਸਾਲ ਅਸੀਂ ਗਿਣਦੇ ਹਾਂ, ਜਿਹੜੀ ਇਨਕਮ ਦੇ ਵਿੱਚ ਉਹਨਾਂ ਨੇ ਗੱਲ ਕੀਤੀ, ਉਹ ਕਹਿੰਦੇ ਵੀ ਹਿੰਦੁਸਤਾਨ ਦੇ ਜਿਹੜੇ ਉੱਪਰਲੇ 10% ਲੋਕ ਨੇ ਉਹਨਾਂ ਦੇ ਕੋਲ 57% ਇਨਕਮ ਜਾਂਦੀ ਹੈ। ਜੇ 100 ਰੁਪਈਆ ਅਸੀਂ ਇੱਕ ਸਾਲ ਦੇ ਵਿੱਚ ਇਨਕਮ ਜਿਹੜੀ ਹੈ ਜਨਰੇਟ ਕਰ ਰਹੇ ਹਾਂ, ਤਾਂ ਉਹਦੇ ਚੋਂ 57 ਰੁਪਈਏ ਜਿਹੜੀ ਇਨਕਮ ਹੈ ਉਹ ਉੱਪਰਲੇ 10% ਲੋਕਾਂ ਦੇ ਕੋਲ ਜਾਂਦੀ ਹੈ, ਔਰ ਜਿਹੜੇ ਥੱਲੜੇ 50% ਲੋਕ ਹੈ ਉਹਨਾਂ ਕੋਲ ਸਿਰਫ 13 ਰੁਪਈਏ ਜਾਂਦੇ ਆ, 13% ਜਾਂਦੀ ਹੈ 100 ਦੇ ਵਿੱਚੋਂ ਦੀ। ਤਾਂ ਇਹਦਾ ਮਤਲਬ ਹੈ ਵੀ ਨਾ ਬਰਾਬਰਤਾ ਜਿਹੜੀ ਹੈ, ਜਾਂ ਟੌਪ ਦੇ ਲੋਕ ਔਰ ਜਿਹੜਾ ਬਾਟਮ ਵਾਲੇ ਲੋਕ ਹੈ, ਇਹਨਾਂ ਦੇ ਵਿੱਚ ਆਪਸ ਦੇ ਵਿੱਚ 20 ਗੁਣਾ ਦਾ ਫਾਸਲਾ ਹੈ। 20 ਟਾਈਮਸ ਦਾ ਇਨਇਕੁਐਲਿਟੀ ਇਜ਼ ਦੇਅਰ। ਜਿਹੜਾ ਥੱਲੇ ਵਾਲਾ ਆਦਮੀ ਹੈ ਉੱਪਰ ਵਾਲੇ ਆਦਮੀ ਤੋਂ 20 ਟਾਈਮਸ ਗਰੀਬ ਹੈ। ਇੰਨਾ ਜ਼ਿਆਦਾ ਨਾ ਬਰਾਬਰੀ ਦੀ ਗੱਲ ਕੀਤੀ ਹੈ ਉਹਨਾਂ ਨੇ। ਉਹ ਕਹਿੰਦਾ ਵੀ ਔਰ ਜਿਹੜਾ ਰਿਫਾਰਮਸ ਹੈਗੀਆਂ ਜਿਹੜੀਆਂ 1991 ਤੋਂ ਬਾਅਦ ਜਿਹੜੇ ਅਸੀਂ ਰਿਫਾਰਮਸ ਲਿਆਂਦੇ ਆ, ਰਿਫਾਰਮਸ ਨੇ ਸਾਡੇ ਉੱਤੇ ਨੈਗੇਟਿਵ ਅਸਰ ਕੀਤਾ। ਸਿਰਫ 1% ਲੋਕ ਹੈ ਜਿਨ੍ਹਾਂ ਦੇ ਉੱਤੇ ਇਹਨਾਂ ਰਿਫਾਰਮਸ ਦਾ ਪੋਜ਼ਿਟਿਵ ਅਸਰ ਪਿਆ, ਬਾਕੀ ਪੂਰੇ ਹਿੰਦੁਸਤਾਨ ਤੇ ਇਹਨਾਂ ਦਾ ਨੈਗੇਟਿਵ ਅਸਰ ਹੈ ਲੋਕਾਂ ਦੇ ਉੱਤੇ। ਤੀਸਰੀ ਜਿਹੜੀ ਚੀਜ਼ ਹੈ ਫੀਮੇਲ ਲੇਬਰ ਦੀ ਗੱਲ ਕੀਤੀ। ਬੜੀ ਸ਼ਰਮਨਾਕ ਗੱਲ ਹੈ ਜੀ ਬਈ ਫੀਮੇਲ ਦੀ ਜਿਹੜੀ ਸਾਡੀ ਪੋਪੂਲੇਸ਼ਨ ਹੈ, ਪਹਿਲਾਂ ਤਾਂ ਸਿਰਫ 9%, ਕਿਉਂਕਿ ਇਹ ਮੈਂ CMIE ਦਾ ਡਾਟਾ ਚੱਕ ਰਿਹਾ, ਮੈਂ ਇਸ ਰਿਪੋਰਟ ਨੂੰ ਨਹੀਂ ਟੱਚ ਕਰ ਰਿਹਾ। CMIE ਦਾ ਡਾਟਾ ਜਿਹੜਾ ਸੈਂਟਰ ਫਾਰ ਮੋਨੀਟਰਿੰਗ ਇੰਡੀਅਨ ਇਕਨੋਮੀ, ਉਹ ਕਹਿੰਦਾ ਵੀ 9% ਜਿਹੜੀਆਂ ਫੀਮੇਲਸ ਨੇ ਸਿਰਫ ਉਹ ਕੰਮ ਕਾਜ ਕਰਨ ਆਉਂਦੀ ਹੈ। ਜਦੋਂ ਆਪਾਂ 50% ਮੇਲ 50% ਫੀਮੇਲ ਦੀ ਗੱਲ ਕਰਦੇ ਹਾਂ, ਤਾਂ ਅੱਧੀ ਆਬਾਦੀ ਦੇ ਵਿੱਚੋਂ ਸਿਰਫ 9% ਜਿਹੜੀਆਂ ਫੀਮੇਲਸ ਨੇ ਉਹ ਨੌਕਰੀ ਕਰਨ ਜਾਂਦੀਆਂ, ਔਰ ਉਹਨਾਂ ਨੂੰ ਪੈਸੇ ਕਿੰਨੇ ਮਿਲਦੇ ਆ। ਵਰਲਡ ਲੈਵਲ ਤੇ ਅਸੀਂ 35% ਦੀ ਗੱਲ ਕੀਤੀ ਸੀ, ਇੱਥੇ ਸਿਰਫ 18% ਹੈ। ਯਾਨੀ 100 ਚੋਂ 35 ਰੁਪਈਏ ਤਾਂ ਵਰਲਡ ਲੈਵਲ ਤੇ ਉੱਤੇ ਮਿਲਦੇ ਆ, ਸਾਡੇ ਕੋਲ ਤਾਂ ਸਿਰਫ 100 ਚੋਂ 18 ਰੁਪਈਏ ਇਹਨਾਂ ਫੀਮੇਲਸ ਨੂੰ ਮਿਲਦੇ ਆ। 72 ਰੁਪਈਏ ਜਿਹੜੇ ਨੇ 82 ਰੁਪਈਏ ਇਹ ਜਿਹੜਾ ਹੈਗਾ ਇਹ ਮੇਲਸ ਜਿਹੜੇ ਉਹਨਾਂ ਦੇ ਕੋਲ ਜਾਂਦੇ ਆ। ਇੰਨੀ ਉਹਨਾਂ ਨੇ ਇਨਇਕੁਐਲਿਟੀ ਦੀ ਗੱਲ ਕੀਤੀ ਹੈ ਕਿ ਵਰਲਡ ਓਵਰ ਜਿੰਨੀ ਇਨਇਕੁਐਲਿਟੀ ਹੈ ਉਸ ਤੋਂ ਜ਼ਿਆਦਾ ਬੁਰਾ ਹਾਲ ਹਿੰਦੁਸਤਾਨ ਦਾ, ਔਰ ਹਰ ਇੱਕ ਪੈਰਾਮੀਟਰ ਦੇ ਵਿੱਚ। ਇਕੋਲੋਜੀ ਨੂੰ ਛੱਡਦੇ ਹੀ, ਇਕੋਲੋਜੀ ਦੇ ਵਿੱਚ ਅਸੀਂ ਬੈਟਰ ਆਫ ਹੈਗਾ। ਉਹਦਾ ਵੀ ਕਾਰਨ ਇਸ ਕਰਕੇ ਅਸੀਂ ਬੈਟਰ ਆਫ ਹੈ ਕਿਉਂਕਿ ਸਾਡੇ ਤੋਂ ਇੰਡਸਟਰੀਜ਼ ਲੱਗੀਆਂ ਹੀ ਨਹੀਂ, ਜੋ ਲੱਗੀਆਂ ਸੀ ਉਹ ਵੀ ਬੰਦ ਹੋ ਰਹੀਆਂ ਜਾਂ ਕੰਸਨਟਰੇਟ ਹੋ ਰਹੀਆਂ ਇਨਟੂ ਫਿਊਅਰ ਹੈਂਡਸ, ਜਿਹਦੇ ਕਰਕੇ ਸਾਡੀ ਵੈਲਥ ਇਨਇਕੁਐਲਿਟੀ ਵੱਧ ਰਹੀ ਹੈਗੀ ਹੈ। ਅਗਰ ਆਪਾਂ ਉਹ ਵਾਲਾ ਪੱਖ ਛੱਡ ਦਈਏ ਇਕੋਲੋਜੀ ਵਾਲਾ, ਤਾਂ ਅਸੀਂ ਵੈਲਥ ਵਾਈਜ਼, ਜੈਂਡਰ ਵਾਈਜ਼ ਔਰ ਅਸੀਂ ਇਨਕਮ ਵਾਈਜ਼ ਹਰ ਪਾਸੇ ਅਸੀਂ ਮਾਰ ਖਾਦੇ ਹੋਏ ਹਾਂ। 1990 ਤੋਂ ਪਹਿਲਾਂ ਜੋ ਇੰਡੀਆ ਦੀ ਇਕਨੋਮੀ ਹੈ ਕਲੋਜ਼ਡ ਮਾਰਕੀਟ ਹੈ, ਔਰ 1990 ਤੋਂ ਬਾਅਦ ਓਪਨ ਮਾਰਕੀਟ ਹੋ ਜਾਂਦੀ ਹੈ। ਔਰ ਤੁਸੀਂ ਦੱਸ ਰਹੇ ਹੋ ਕਿ 1990 ਤੋਂ ਬਾਅਦ ਜਿਹੜੀਆਂ ਪਾਲਿਸੀਜ਼ ਬਣੀਆਂ ਨੇ ਉਹਨੇ ਹੀ ਇਹ ਬੁਰਾ ਹਾਲ ਕੀਤਾ ਹੈ ਇੰਡੀਆ ਦੀ ਇਕਨੋਮੀ ਦਾ। ਸੋ ਓਪਨ ਮਾਰਕੀਟ ਇਜ਼ ਰਿਸਪੌਂਸਿਬਲ। ਕਰੈਕਟ, ਯੂ ਆਰ ਵੈਰੀ ਰਾਈਟ ਸਰ। ਉਸ ਰਿਪੋਰਟ ਦੇ ਵਿੱਚ ਬੜਾ ਕਲੀਅਰਲੀ ਇਸ ਚੀਜ਼ ਨੂੰ ਲਿਖਿਆ ਗਿਆ ਕਿ 1910 ਤੋਂ ਲੈ ਕੇ 1980 ਤੱਕ ਦਾ ਜਿਹੜਾ ਟਾਈਮ ਪੀਰੀਅਡ ਰਿਹਾ, ਤਕਰੀਬਨ 7 ਡੈਕੇਡਸ ਜਾਂ 70 ਸਾਲ ਦਾ ਸੋਸ਼ਲਿਜ਼ਮ ਜਦੋਂ ਤੱਕ ਵਰਲਡ ਦੇ ਵਿੱਚ ਰਿਹਾ, ਉਸ ਸੋਸ਼ਲਿਜ਼ਮ ਦੇ ਵਿੱਚ ਇਨਇਕੁਐਲਿਟੀ ਜ਼ਰੂਰ ਘਟੀ ਹੈ ਕਿਤੇ ਨਾ, ਔਰ ਹਿੰਦੁਸਤਾਨ ਦੇ ਵਿੱਚ ਵੀ ਘਟੀ ਹੈ। ਹਿੰਦੁਸਤਾਨ 'ਚ ਇਨਇਕੁਐਲਿਟੀ ਵਧੀ ਕਦੋਂ ਹੈ? ਜਦੋਂ ਇਹ ਅਸੀਂ ਓਪਨ ਇਕੋਨਮੀ ਕਰ ਲਈ ਹੈ। ਦੇਖੋ ਮੇਰੇ ਕੋਲ ਫਿਗਰ ਹੈਗੀ, ਉਹ ਕਹਿੰਦਾ ਵੀ ਜਿਹੜੇ 1991 ਦੇ ਵਿੱਚ ਜਿਹੜੇ 35 ਤੋਂ 40% ਵੈਲਥ ਸੀ ਟੌਪ ਵਾਲੇ 10% ਲੋਕਾਂ ਕੋਲ, ਟੌਪ 10% ਕੋ 35 ਤੋਂ 40, ਅੱਜ ਕਿੰਨੀ ਹੋ ਗਈ ਹੈ? 57%। ਤਾਂ ਇਹਦਾ ਮਤਲਬ ਕੀ ਹੈ 1990 ਤੋਂ ਬਾਅਦ ਸਾਡੀ ਜਿਹੜੀ ਇਨਇਕੁਐਲਿਟੀ ਹੈ, ਸਾਡਾ ਜਿਹੜਾ ਪੈਸਾ, ਸਾਡੀ ਜਿਹੜੀ ਸੰਪत्ति ਹੈ, ਉਹ ਕੁਝ ਹੱਥਾਂ ਦੇ ਵਿੱਚ ਜਾ ਕੇ ਸਿਮਟਣਾ ਸ਼ੁਰੂ ਹੋ ਗਈ।
ਜੀ ਤੇ 1990 ਤੋਂ ਬਾਅਦ ਇਹ ਸਾਰੀਆਂ ਮੁਸ਼ਕਿਲਾਂ ਪੇਸ਼ ਆਈਆਂ ਨੇ, ਤਾਂ ਤੁਸੀਂ ਸਮਝਦੇ ਹੋ ਕਿ ਕੈਪੀਟਲਿਜ਼ਮ ਰਿਸਪੌਂਸਿਬਲ ਹੈ ਸੋਸ਼ਲਿਜ਼ਮ ਦੇ ਵਿੱਚ? ਤੁਸੀਂ ਦੱਸ ਰਹੇ ਹੋ ਕਿ ਇਨਇਕੁਐਲਿਟੀ ਘਟੀ, डेफिनेटली सर। तो कैपिटलिज्म इज रिस्पॉन्सिबल। ठीक है, जी जी ਬਿਲਕੁਲ ਠੀਕ ਹੈ ਸਰ। ਕੈਪੀਟਲਿਜ਼ਮ ਇਜ਼ ਰਿਸਪੌਂਸਿਬਲ ਫॉर ਇਟ। ਔਰ ਕੈਪੀਟਲਿਜ਼ਮ ਦੇ ਨਾਲ ਵੀ ਨਾ ਕੁਝ ਇਦਾਂ ਦੀਆਂ ਸਾਡੀਆਂ ਗਲਤ ਨੀਤੀਆਂ ਰਹੀਆਂ ਨੇ। ਕੈਪੀਟਲਿਜ਼ਮ ਤਾਂ ਇੱਕ ਪਾਸੇ ਰਿਹਾ। ਅਗਰ ਆਪਾਂ 1990 ਦੀ ਗੱਲ ਕਰਦੇ, 1990 ਤੋਂ ਲੈ ਕੇ ਜੇ ਆਪਾਂ 2016 ਤੱਕ ਦੇਖੀਏ, ਹਾਲਾਂਕਿ ਮੇਰੇ ਕੋਲ ਫਿਗਰਸ ਨਹੀਂ ਹੈਗੀਆਂ ਕੋਈ, ਮੇਰਾ ਆਪਣਾ ਅੰਦਾਜ਼ਾ ਹੈ ਕਿ 2016 ਤੋਂ ਬਾਅਦ ਜਿਹੜੀ ਇਹ ਪ੍ਰੋਬਲਮਸ ਹੈ, ਕਿਉਂਕਿ ਸਾਡੇ ਕੋਲ ਡੀਮੋਨੇਟਾਈਜੇਸ਼ਨ ਹੋ ਗਈ, GST ਹੋ ਗਈ, ਔਰ ਇਹ ਜਿਹੜਾ ਲੋਕਡਾਊਨ ਹੋ ਗਿਆ, ਇਹਨਾਂ ਦਾ ਐਕਚੁਅਲ ਭਾਰ ਜਿਹੜਾ ਪਿਆ ਇਹ ਆਮ ਜਨਤਾ ਦੇ ਉੱਤੇ ਪਿਆ ਤੇ ਇਨਇਕੁਐਲਿਟੀ ਕਿਤੇ ਨਾ ਕਿਤੇ ਵਧੀ ਹੈ, ਹੋਰ ਜ਼ਿਆਦਾ ਵਧੀ ਹੈ। ਕਈ ਰਿਪੋਰਟਸ ਹੋਰ ਆਈਆਂ ਨੇ ਜਿਨ੍ਹਾਂ ਨੇ ਕਿਹਾ ਕਿ ਲੋਕ ਜਿਹੜੇ ਨੇ ਉਹ ਪਾਵਰਟੀ ਦੇ ਵਿੱਚ ਸਲਿਪ ਹੋ ਰਹੇ ਨੇ। ਜਿਹੜੇ ਮਿਡਲ ਕਲਾਸ ਦੇ ਵਿੱਚ ਸੀਗੇ, ਜੋ ਕਿ ਲੋਅਰ ਮਿਡਲ ਕਲਾਸ ਸੀਗੇ, ਜਿਨ੍ਹਾਂ ਨੂੰ ਨੌਕਰੀਆਂ, ਆਪਾਂ ਸ਼ਹਿਰਾਂ ਦੇ ਬਾਹਰ ਦੇਖਦੇ ਹਾਂ, ਛੋਟੇ ਛੋਟੇ ਕਸਬੇ ਬਸ ਗਏ। ਜਦੋਂ ਮੈਂ ਚੰਡੀਗੜ੍ਹ ਦੇ ਵਿੱਚ ਰਹਿੰਦਾ, ਚੰਡੀਗੜ੍ਹ ਦੀ ਗੱਲ ਕਰਦਾ ਨਾ, ਇੱਥੇ ਜ਼ੀਰਕਪੁਰ, ਖਰੜ, ਇਹ ਕੁਝ ਏਦਾਂ ਦੇ ਸਬ ਅਰਬਨ ਏਰੀਆਜ਼ ਬਣ ਗਏ ਜਿੱਥੇ ਲੋਕਾਂ ਨੂੰ 20-25 ਹਜ਼ਾਰ ਰੁਪਈਆ ਜਿਹੜੇ ਨੌਕਰੀ ਕਰਦੇ ਸੀ ਉਹ ਇੱਥੇ ਰਹਿਣਾ ਸ਼ੁਰੂ ਹੋ ਗਏ ਔਰ ਕੰਮ ਮਿਲਣਾ ਸ਼ੁਰੂ ਹੋ ਗਿਆ। ਲੇਕਿਨ ਜਦੋਂ ਡੀਮੋਨੇਟਾਈਜੇਸ਼ਨ ਦੀ ਮਾਰ ਪਈ ਹੈ, ਜਦੋਂ GST ਦੀ ਮਾਰ ਪਈ ਹੈ, ਔਰ ਖਾਸ ਕਰਕੇ ਇਸ ਪੈਂਡੈਮਿਕ ਦੇ ਵਿੱਚ ਜਿਹੜੀ ਮਾਰ ਪਈ ਹੈ, ਉਹਦੇ ਕਰਕੇ ਸਿਰਫ ਜਿਹੜਾ ਕੈਪੀਟਲਿਜ਼ਮ ਹੈ, ਸਿਰਫ ਮੁੱਠੀ ਭਰ ਜਿਹੜੀਆਂ ਕੰਪਨੀਆਂ ਨੇ ਉਹ ਤਾਂ ਸਰਵਾਈਵ ਕਰ ਰਹੀਆਂ, ਜਿਹਦੇ ਕਰਕੇ ਸ਼ੇਅਰ ਮਾਰਕੀਟ ਉੱਤੇ, ਲੇਕਿਨ ਜ਼ਿਆਦਾਤਰ ਜਿਹੜੇ ਲੋਕ ਨੇ ਉਹ ਹਿੰਦੁਸਤਾਨ ਦੇ ਗਰੀਬੀ ਵੱਲ ਨੂੰ ਧੱਕੇ ਗਏ ਆ, ਜਿਹਦੇ ਕਰਕੇ GDP ਡਾਊਨ ਗਈ। ਦੇਖੋ, ਕਿਹਾ ਜਾਂਦਾ ਹੈ ਕਿ ਭਾਵੇਂ ਸੋਸ਼ਲਿਜ਼ਮ ਹੋਵੇ ਭਾਵੇਂ ਕੈਪੀਟਲਿਜ਼ਮ ਹੋਵੇ, ਦੋਵਾਂ ਦੇ ਵਿੱਚ ਕੋਈ ਖਰਾਬੀ ਨਹੀਂ, ਪਰ ਜੇ ਇਨਸਾਨ ਕੈਪੀਟਲਿਸਟ, ਇਨਸਾਨ ਸੋਸ਼ਲਿਸਟ ਖਰਾਬ ਨੇ, ਜੇ ਇਨਸਾਨ ਖਰਾਬ ਨੇ ਤਾਂ ਉਹ ਕੈਪੀਟਲਿਜ਼ਮ ਨੂੰ ਵੀ ਖਰਾਬ ਕਰਦੇ ਨੇ, ਉਹ ਸੋਸ਼ਲਿਜ਼ਮ ਨੂੰ ਵੀ ਖਰਾਬ ਕਰਦੇ ਨੇ। ਇਸ ਕਰਕੇ ਭਾਰਤ ਨੇ ਅਪਣਾਈ ਹੈ ਮਿਕਸਡ ਇਕਨੋਮੀ। ਠੀਕ ਹੈ ਜੀ, ਮਿਕਸਡ ਇਕੋਨਮੀ, ਆਪਾਂ ਮਿਕਸਡ ਇਕੋਨਮੀ ਅਪਣਾਈ, ਇਹਦੇ ਚ ਕੋਈ ਦੋ ਰਾਏ ਨਹੀਂ ਗਾ। ਲੇਕਿਨ ਮਿਕਸਡ ਇਕੋਨਮੀ ਦੇ ਵਿੱਚੋਂ ਦੀ ਵੀ ਅਸੀਂ ਹੁਣ ਜਿਹੜੀਆਂ ਸਾਡੀਆਂ ਪਾਲਿਸੀਜ਼ ਨੇ ਉਹ ਕਿਤੇ ਨਾ ਕਿਤੇ ਇਦਾਂ ਜਾਣੀਆਂ ਸ਼ੁਰੂ ਹੋ ਗਈਆਂ ਵੀ ਉਹ ਕੈਪੀਟਲਿਜ਼ਮ ਵੱਲ ਨੂੰ ਜਾ ਰਹੇ। ਤੁਸੀਂ ਦੇਖੋ, ਛੋਟੇ ਛੋਟੀਆਂ ਚੀਜ਼ਾਂ ਤੋਂ ਲੈ ਲਓ, ਤੁਸੀਂ ਦੁੱਧ ਜਾਂ ਮੱਖਣ ਜਾਂ ਬ੍ਰੈਡ ਵਾਲੀਆਂ ਕੰਪਨੀਆਂ ਦੇਖੋ, ਕਿੰਨੀਆਂ ਕੰਪਨੀਆਂ ਨੇ, ਪ੍ਰਾਈਵੇਟ ਕੰਪਨੀਆਂ, ਔਰ ਉਹਨਾਂ ਦੇ ਵਿੱਚ ਉਹਨਾਂ ਸਰਕਾਰੀ ਕੰਪਨੀਆਂ ਕਿੰਨੀਆਂ ਨੇ, ਉਹਦੇ ਪ੍ਰਾਈਵੇਟ ਕੰਪਨੀਆਂ ਕਿੰਨੀਆਂ। ਤੁਸੀਂ ਬੈਂਕਸ ਦੇ ਵਿੱਚ ਆ ਜਾਓ, ਤੁਸੀਂ ਜਹਾਜ਼ਾਂ ਵਾਲੀਆਂ ਕੰਪਨੀਆਂ 'ਚ ਆ ਜਾਓ, ਤੁਸੀਂ ਫੂਡ ਡਿਲੀਵਰੀ ਦੀਆਂ ਕੰਪਨੀਆਂ ਦੇ ਵਿੱਚ ਆ ਜਾਓ, ਤੁਸੀਂ ਟੈਲੀਫੋਨ ਵਾਲੀਆਂ ਕੰਪਨੀਆਂ ਦੇ ਵਿੱਚ ਆ ਜਾਓ, ਯੂ ਵਿਲ ਫਾਈਂਡ ਕਿਤੇ ਨਾ ਕਿਤੇ ਸਾਡਾ ਜਿਹੜਾ ਪ੍ਰਾਈਵੇਟਾਈਜੇਸ਼ਨ ਹੈਗੀ, ਜਿਹੜਾ ਸਾਡਾ ਮਾਡਲ ਸੀਗਾ, BSNL ਨੂੰ ਅਸੀਂ ਫੇਲ ਕਰਕੇ ਅਸੀਂ ਪ੍ਰਾਈਵੇਟਾਈਜੇਸ਼ਨ ਵੱਲ ਨੂੰ ਚੱਲ ਪਏ। ਅਸੀਂ ਹੁਣ ਜਿਹੜੀਆਂ ਸਾਡੀ ਸਰਕਾਰੀ ਖੇਤਰ ਦੀਆਂ ਪਾਵਰ ਕੰਪਨੀਆਂ ਨੇ, ਬਿਜਲੀ ਦੀਆਂ ਕੰਪਨੀਆਂ ਨੇ, ਉਹਨਾਂ ਨੂੰ ਫੇਲ ਕਰਕੇ ਅਸੀਂ ਪ੍ਰਾਈਵੇਟ ਕੰਪਨੀਆਂ ਵੱਲ ਨੂੰ ਤੁਰ ਪਏ ਆ। ਇਹ ਚੀਜ਼ ਮਾੜੀ ਹੈ। ਮੈਂ ਇਹ ਨਹੀਂ ਕਹਿੰਦਾ ਮਿਕਸਡ ਇਕੋਨਮੀ ਦਾ ਮਾਡਲ ਮਾੜਾ ਸੀ, ਮਿਕਸਡ ਇਕੋਨਮੀ ਦਾ ਮਾਡਲ ਚੰਗਾ ਸੀਗਾ, ਲੇਕਿਨ ਅਗਰ ਅਸੀਂ ਮਿਕਸਡ ਇਕੋਨਮੀ ਨੂੰ ਇਦਾਂ ਅਸੀਂ ਐਕਸਪਲੋਇਟ ਕਰਨ ਲੱਗ ਜਾਾਂਗੇ ਵੀ ਸਾਡਾ ਜਿਹੜਾ ਸਰਕਾਰੀ ਖੇਤਰ ਹੈਗਾ, ਜਿਹੜਾ ਜਨਤਕ ਖੇਤਰ ਹੈ, ਉਹਨੂੰ ਬਰਬਾਦ ਕਰਕੇ ਅਸੀਂ ਪ੍ਰਾਈਵੇਟ ਖੇਤਰ ਨੂੰ ਜਿਹੜਾ ਤਰਜੀਹ ਦੇਣੀ ਸ਼ੁਰੂ ਕਰ ਦਾਂਗੇ, ਉਹ ਮਾੜਾ ਹੈ। ਇਹਦਾ ਮਤਲਬ ਇਹ ਹੋਇਆ ਕਿ ਜਿਹੜੇ ਇਨਸਾਨ ਪਾਲਿਸੀ ਬਣਾਉਂਦੇ ਨੇ ਉਹ ਇਨਸਾਨ ਗਲਤ ਨੇ, ਉਹਨਾਂ ਦੀ ਸੋਚ ਗਲਤ ਹੈ। ਬਿਲਕੁਲ ਠੀਕ ਹੈ ਜੀ, ਯੂ ਆਰ ਰਾਈਟ ਸਰ। ਇਹਦੇ ਚ ਕੋਈ ਦੋ ਰਾਏ ਨਹੀਂ ਹੈ ਵੀ ਸਾਡੀਆਂ ਪਾਲਿਸੀਜ਼ ਜਿਹੜੀਆਂ ਨੇ AC ਕਮਰਿਆਂ ਦੇ ਵਿੱਚ ਬੈਠ ਕੇ ਬਣਦੀਆਂ, ਜਿਹੜਾ ਆਮ ਆਦਮੀ, ਜਿਹੜੀ ਆਮ ਜਨਤਾ ਹੈ, ਜਿਹੜਾ ਕਿਸਾਨ ਹੈ, ਜਿਹੜਾ ਮਜ਼ਦੂਰ ਹੈ, ਉਹਦੇ ਵਾਸਤੇ ਉਹਨਾਂ ਦੇ ਜਿਹੜੀਆਂ ਪ੍ਰੋਬਲਮਸ ਨੂੰ ਮੱਦੇਨਜ਼ਰ ਰੱਖ ਕੇ ਨਹੀਂ ਬਣਦੀਆਂ ਪਈਆਂ। ਸੋ ਫਿਰ ਅਸੀਂ ਸਾਰੇ ਜੋ ਆਮ ਲੋਕ ਹਾਂ ਉਹ ਕਿੱਥੇ ਖੜੇ ਹਾਂ ਆਪਣੇ ਭਾਰਤ ਦੇਸ਼ ਦੇ ਵਿੱਚ ਔਰ ਪੂਰੀ ਦੁਨੀਆ ਦੇ ਵਿੱਚ, ਕਿਉਂਕਿ ਭਾਰਤ ਵੀ ਪੂਰੀ ਦੁਨੀਆ ਦਾ ਹਿੱਸਾ ਹੈ। ਜੋ ਭਾਰਤ ਵਿੱਚ ਹੋ ਰਿਹਾ ਹੈ ਉਸ ਦਾ ਅਸਰ ਪੂਰੀ ਦੁਨੀਆ ਤੇ ਹੋ ਰਿਹਾ ਹੈ, ਜੋ ਪੂਰੀ ਦੁਨੀਆ ਵਿੱਚ ਹੋ ਰਿਹਾ ਉਹਦਾ ਅਸਰ ਭਾਰਤ ਤੇ ਹੋ ਰਿਹਾ ਹੈ। ਸੋ ਆਮ ਜੋ ਲੋਕ ਨੇ, ਭਾਵੇਂ ਭਾਰਤ ਵਿੱਚ ਨੇ ਭਾਵੇਂ ਦੁਨੀਆ ਵਿੱਚ ਜਿੱਥੇ ਵੀ ਵਸੇ ਹੋਏ ਨੇ, ਉਹ ਕਿੱਥੇ ਖੜੇ ਨੇ ਇਸ ਵਰਲਡ ਇਕਨੋਮੀ ਦੇ ਵਿੱਚ? ਦੇਖੋ ਜੀ, ਇਹਦਾ ਜਿਹੜਾ ਆਨਸਰ ਹੈ ਉਹ ਇਹ ਨਿਕਲਦਾ ਵੀ ਜਿਹੜਾ ਹੈਵਜ਼ ਔਰ ਹੈਵ ਨੋਟਸ ਦਾ ਪਾੜਾ ਹੈ, ਜਿਹੜਾ ਗੈਪ ਹੈ, ਹੈਵਜ਼ ਜਿਨ੍ਹਾਂ ਦੇ ਕੋਲ ਸਾਰੇ ਰਿਸੋਰਸਿਸ ਉਪਲਬਧ ਨੇ, ਐਂਡ ਹੈਵ ਨੋਟਸ ਜਿਨ੍ਹਾਂ ਦੇ ਕੋਲ ਉਹਨਾਂ ਦੀ ਉਪਲਬਧਤਾ ਜਾਂ ਤਾਂ ਘੱਟ ਹੈ ਜਾਂ ਨਹੀਂ ਹੈ, ਉਹ ਲਗਾਤਾਰ ਵੱਧਦਾ ਜਾ ਰਿਹਾ। ਫਸਟ ਪੁਆਇੰਟ ਜਿਹੜਾ ਮੈਨੂੰ ਇਹਦੇ ਚ ਲੱਗਦਾ। ਦੂਜੀ ਚੀਜ਼ ਜਿਹੜੀ ਕਿ ਵੀ ਇਹਦੀਆਂ ਰੈਮੀਫਿਕੇਸ਼ਨਸ ਕੀ ਹੋਣਗੇ, ਵਾਟ ਵਿਲ ਬੀ ਦਾ ਫਾਲ ਆਊਟ ਆਫ ਦਿਸ, ਇਹ ਸਾਰਾ ਵਰਲਡ ਦਾ ਹਿੰਦੁਸਤਾਨ ਦੇ ਉੱਤੇ ਜਾਂ ਹਿੰਦੁਸਤਾਨ ਦਾ ਵਰਲਡ ਦੇ ਉੱਤੇ ਕੀ ਇੰਪੈਕਟ ਆ ਰਿਹਾ? ਇੰਪੈਕਟ ਸਾਰੀ ਜਗ੍ਹਾ ਇੱਕੋ ਜਿਹਾ ਹੋਣਾ। ਇੰਪੈਕਟ ਹੋਣਾ ਸਾਡੇ ਕੋਲ ਕ੍ਰਾਈਮ ਵਧਣਾ। ਸਾਡੇ ਕੋਲ ਪਹਿਲੀ ਚੀਜ਼ ਜਿਹੜੀ ਵਧੇਗੀ ਦੈਟ ਇਜ਼ ਕ੍ਰਾਈਮ। ਕਦੋਂ ਤੱਕ ਇਹ ਜਿਹੜੇ ਲੋਕ ਨੇ ਜਿਹੜੇ ਭੁੱਖੇ ਮਰ ਰਹੇ ਨੇ,
ਉਹ ਕਦੋਂ ਤੱਕ ਇਹ ਦੇਖਦੇ ਰਹਿਣਗੇ ਵੀ ਰਿਚ ਬੰਦਾ ਜਿਹੜਾ ਰਿਚ ਹੁੰਦਾ ਜਾ ਰਿਹਾ ਔਰ ਪੂਅਰ ਬੰਦਾ ਉਹ ਜਿਹੜੇ ਉਹਨਾਂ ਦੇ ਹੱਥਾਂ 'ਚੋਂ ਰੋਟੀ ਖਿੱਚੀ ਜਾ ਰਹੀ ਹੈ, ਜਦਕਿ ਰਿਚ ਬੰਦਾ ਜਿਹੜਾ ਹੈਗਾ ਉਹ 4 ਤਰੀਕੇ ਦੀ ਰੋਟੀ ਖਾ ਰਿਹਾ, 4 ਟਾਈਮ ਤੇ 4 ਤਰੀਕੇ ਦੀ ਰੋਟੀ ਖਾ ਰਿਹਾ। ਦੂਸਰੀ ਜਿਹੜੀ ਚੀਜ਼ ਹੈਗੀ ਹੈ, ਇਹਦੇ ਨਾਲ ਜਿਹੜਾ ਗ੍ਰੈਜੂਏਟ ਬੱਚਾ ਹੋ ਰਿਹਾ, ਕਿਉਂਕਿ ਇਹਦਾ ਕਿਤੇ ਨਾ ਕਿਤੇ ਇਹਦਾ ਫਾਲ ਆਊਟ ਐਜੂਕੇਸ਼ਨ ਦੇ ਉੱਤੇ ਵੀ ਹੈ। ਸਾਡੀ ਜਿਹੜੀ ਸਿੱਖਿਆ ਹੈਗੀ ਹੈ, ਸਿੱਖਿਆ ਪ੍ਰਣਾਲੀ ਦੇ ਵਿੱਚ ਜਿਹੜੀ ਪ੍ਰਾਈਵੇਟ ਐਜੂਕੇਸ਼ਨ ਹੈ, ਵਧੀਆ ਐਜੂਕੇਸ਼ਨ ਹੈ, ਉੱਪਰ ਟੌਪ ਦੀ ਐਜੂਕੇਸ਼ਨ ਹੈਗੀ ਹੈ, ਉਸ ਐਜੂਕੇਸ਼ਨ ਦੇ ਉੱਤੇ ਐਕਸੈਸ ਸਿਰਫ ਕੁਝ ਲੋਕਾਂ ਦਾ ਰਹਿ ਜਾਏਗਾ, ਜਿਹੜਾ ਜਦਕਿ ਗਰੀਬ ਲੋਕ ਨੇ, ਜਿੱਦਾਂ ਅਸੀਂ ਹੁਣ ਵੀ ਦੇਖਿਆ, ਉਹਨਾਂ ਨੂੰ ਅਲਟੀਮੇਟਲੀ ਪ੍ਰਾਈਵੇਟ ਸਕੂਲਾਂ ਚੋਂ ਕੱਢ ਕੇ ਸਰਕਾਰੀ ਸਕੂਲਾਂ ਦੇ ਵਿੱਚ ਬੱਚੇ ਪਾਉਣੇ ਪਏ ਆ, ਜਿੱਥੇ ਟੀਚਰਾਂ ਦੀ ਘਾਟ ਹੈ, ਜਿੱਥੇ ਸਿਲੇਬਸ ਪੂਰੇ ਨਹੀਂ ਹੋ ਰਹੇ ਨੇ, ਜਿੱਥੇ ਹਰ ਤਰੀਕੇ ਦੇ ਕਮੀਆਂ ਜਿਹੜੀਆਂ ਨੇ ਬੱਚਿਆਂ ਨੂੰ ਪੇਸ਼ ਆਉਂਦੀਆਂ ਨੇ। ਤਾਂ ਇਦਾਂ ਦੀਆਂ ਪ੍ਰੋਬਲਮਸ ਆਉਣਗੀਆਂ, ਉਹਦੇ ਨਾਲ ਇਨਇਕੁਐਲਿਟੀ ਹੋਰ ਜ਼ਿਆਦਾ ਵਧੇਗੀ। ਜਿਹੜੇ ਇੱਥੇ ਦੇ ਬੱਚੇ ਸਰਕਾਰੀ ਸਕੂਲਾਂ ਦੇ ਪੜ੍ਹ ਵੀ ਲੈਣਗੇ, ਜਦੋਂ ਬਗੈਰ ਟੀਚਰ ਦੇ ਪੜ੍ਹਨਗੇ ਤਾਂ ਅਸੀਂ ਅੰਦਾਜ਼ਾ ਲਾ ਸਕਦੇ ਵੀ ਉਹਨਾਂ ਤੇ ਜਿਹੜਾ ਸਿੱਖਿਆ ਦਾ ਪੱਧਰ ਜਿਹੜਾ ਕਿੱਦਾਂ ਦਾ ਹੋਏਗਾ। ਉਹਨਾਂ ਨੂੰ ਇਹ ਜਦੋਂ ਗ੍ਰੈਜੂਏਟ ਜੇ ਹੋ ਵੀ ਜਾਂਦੇ, ਪੋਸਟ ਗ੍ਰੈਜੂਏਟ ਹੋ ਵੀ ਜਾਂਦੇ, ਨੌਕਰੀਆਂ ਨਹੀਂ ਮਿਲਣੀਆਂ। ਉਹਦੇ ਕਰਕੇ ਡਰੱਗਸ ਜਿਹੜੀਆਂ ਨੇ ਉਹਦੇ ਵੱਲ ਨੂੰ ਕਿਤੇ ਪ੍ਰੋਬਲਮ ਜ਼ਿਆਦਾ ਹੋ ਸਕਦੀ ਹੈ। ਤੀਸਰੀ ਚੀਜ਼ ਜਿਹੜੀ ਹੈ ਵੀ ਇਹ ਸਿਸਟਮ ਜ਼ਿਆਦਾ ਦੇਰ ਸਸਟੇਨ ਨਹੀਂ ਕਰਦੇ। ਈਵਨ ਜੇ ਇਹ ਨਾ ਬਰਾਬਰੀ ਜਿਹੜੀ ਹੈ, ਜੇ ਨਾ ਬਰਾਬਰੀ ਵੱਧ ਜਾਏਗੀ ਤਾਂ ਹੋਏਗਾ ਕੀ? ਹੁਣ ਸਾਡੇ ਹਿੰਦੁਸਤਾਨ ਦੇ ਵਿੱਚ ਜੇ ਅਸੀਂ ਦੇਖੀਏ ਵੀ ਜੇ ਨਾ ਬਰਾਬਰੀ ਜ਼ਿਆਦਾ ਹੋ ਜਾਏਗੀ, ਮੰਗ ਜਿਹੜੀ ਹੈਗੀ ਹੈ, ਕਿਉਂਕਿ ਮੰਗ ਦੇ ਨਾਲ, ਮੰਗ ਵਾਲਾ ਚੱਕਰ ਹੈ ਪੂਰਾ, ਜੇ ਅਸੀਂ ਮੰਗ ਕਰਾਂਗੇ ਤਾਂ ਨਵਾਂ ਨਿਵੇਸ਼ ਆਏਗਾ, ਨਵਾਂ ਨਿਵੇਸ਼ ਆਏਗਾ ਤਾਂ ਜਿਹੜਾ ਸਰਮਾਏਦਾਰ ਹੈ ਉਹਨੂੰ ਪੈਸਾ ਮਿਲੇਗਾ, ਕੈਪੀਟਲਿਸਟ ਨੂੰ ਪੈਸਾ ਮਿਲੇਗਾ, ਬਿਜ਼ਨਸਮੈਨ ਨੂੰ ਪੈਸਾ ਮਿਲੇਗਾ, ਉਹ ਹੋਰ ਇਨਵੈਸਟ ਕਰੇਗਾ, ਨੌਕਰੀ ਮਿਲੇਗੀ, ਡਿਮਾਂਡ ਵਧੇਗੀ, ਇਹ ਸਾਰਾ ਚੱਕਰ ਟੁੱਟ ਜਾਏਗਾ। ਉਹਦੇ ਕਰਕੇ ਅੱਜ ਤਾਂ ਗਰੀਬ ਜਿਹੜਾ ਉਹ ਰੋਟੀ ਤੋਂ ਜਾ ਰਿਹਾ, ਕੱਲ ਨੂੰ ਅਮੀਰ ਦੇ ਉੱਤੇ ਵੀ ਇਹਦਾ ਇੰਪੈਕਟ ਆਉਣਾ ਸ਼ੁਰੂ ਹੋਏਗਾ। ਇਨ ਦਾ ਲੌਂਗ ਰਨ ਜਿਹੜੀ ਤੁਸੀਂ ਗੱਲ ਕੀਤੀ ਹੈ ਵੀ ਆਲ ਆਰ ਡੈਡ, ਦੈਟ ਵਿਲ ਬੀ ਕਾਜ਼ਿੰਗ ਦੈਟ ਪ੍ਰੋਬਲਮ। ਜਿਹੜੀ ਗ੍ਰੈਵਿਟੀ ਹੈ ਉਹ ਉਸ ਵੇਲੇ ਲੌਂਗ ਰਨ ਦੇ ਵਿੱਚ ਜਾਏਗੀ। ਤਾਂ ਇਹਦੇ ਫਾਲ ਆਊਟਸ ਜਿਹੜੇ ਨੇ ਵਰਲਡ ਲੈਵਲ ਦੇ ਉੱਤੇ ਜਾਂ ਹਿੰਦੁਸਤਾਨ ਲੈਵਲ ਦੇ ਉੱਤੇ ਬਰਾਬਰ ਹੈ ਵੀ ਉੱਥੇ ਵੀ ਇਹ ਚੀਜ਼ਾਂ ਹੋਣੀਆਂ, ਸਾਡੇ ਵੀ ਹੋਣਗੀਆਂ। ਕਿਤੇ ਨਾ ਕਿਤੇ ਕ੍ਰਾਈਮ ਜਿਹੜੇ ਹੈ ਵਧਣੇ ਸ਼ੁਰੂ ਹੋਣਗੇ, ਪੋਲੀਟੀਕਲ ਅਨਰੈਸਟ ਆਉਣਾ ਸ਼ੁਰੂ ਹੋ ਜਾਏਗਾ। ਜਿਹੜੀਆਂ ਆਪਾਂ ਇਹ ਦੇਖ ਰਹੇ ਹਾਂ ਵੀ ਉਹ OBC 'ਚ ਸਾਡੇ ਕੋਲ ਜਿਹੜਾ ਇੱਕ ਲੇਟੈਸਟ ਜਿਹੜੀ ਚੀਜ਼ ਆ ਰਹੀ ਹੈ ਵੀ ਜਿਹੜੀਆਂ ਕਈ ਕਲਾਸਿਸ ਨੇ ਉਹ OBC 'ਚ, ਅਦਰ ਬੈਕਵਰਡ ਕਲਾਸਿਸ ਦੇ ਵਿੱਚ ਕਈ ਕਾਸਟ ਵਾਲੇ ਕਹਿਣਾ ਸ਼ੁਰੂ ਹੋ ਗਏ ਸਾਨੂੰ ਜੀ ਇਹਨਾਂ 'ਚ ਪਾ ਲਓ। ਕਿਉਂ? ਹਾਲਾਂਕਿ ਇਹ ਪੋਲੀਟੀਕਲ ਹੈ ਗੱਲ, ਲੇਕਿਨ ਉਹ ਕਹਿ ਇਸ ਕਰਕੇ ਰਹੇ ਆ ਵੀ ਸਾਨੂੰ ਇਹਦੇ ਵਿੱਚ ਐਡ ਕਰ ਲਓ, ਕਿਉਂਕਿ ਕੱਲ ਨੂੰ ਜਿਹੜੀ ਰਿਜ਼ਰਵੇਸ਼ਨ ਮਿਲਣੀ ਹੈ, ਚਾਹੇ ਉਹ ਨੌਕਰੀ ਦੇ ਵਿੱਚ ਰਿਜ਼ਰਵੇਸ਼ਨ ਮਿਲਣੀ ਹੈ ਜਾਂ ਕਿਸੇ ਹੋਰ ਕੰਮ ਦੇ ਲਈ ਰਿਜ਼ਰਵੇਸ਼ਨ ਮਿਲਣੀ ਹੈ, ਤਾਂ ਸਾਨੂੰ ਜਾਂ ਸਾਡੇ ਬੱਚਿਆਂ ਨੂੰ ਉਹਦੇ ਵਿੱਚ ਰਿਜ਼ਰਵੇਸ਼ਨ ਮਿਲਣੀ ਸ਼ੁਰੂ ਹੋ ਜਾਏ। ਤਾਂ ਇਦਾਂ ਦੀਆਂ ਪ੍ਰੋਬਲਮਸ ਜਿਹੜੀਆਂ ਨੇ ਉਹ ਆਉਣ ਦੀ ਉਮੀਦ ਹੈ। ਐਕਸਪਰਟਸ ਕਹਿੰਦੇ ਨੇ ਕਿ ਜੋ ਕੈਪੀਟਲਿਸਟ ਨੇ, ਜੋ ਸਰਮਾਏਦਾਰ ਨੇ, ਉਹ ਨੌਕਰੀਆਂ ਜਨਰੇਟ ਨਹੀਂ ਕਰਦੇ, ਬਲਕਿ ਜੋ ਆਮ ਲੋਕ ਨੇ ਉਹ ਨੌਕਰੀਆਂ ਜਨਰੇਟ ਕਰਦੇ ਨੇ। ਕਿਵੇਂ? ਕਿ ਜਿਵੇਂ ਉਹ ਡਿਮਾਂਡ ਕਰਨਗੇ ਉਵੇਂ ਹੀ ਸਪਲਾਈ ਵਧੇਗੀ। ਜੇ ਉਹ ਡਿਮਾਂਡ ਨਹੀਂ ਕਰਨਗੇ, ਉਹਨਾਂ ਕੋਲ ਕੋਈ ਪਰਚੇਸਿੰਗ ਪਾਵਰ ਨਹੀਂ ਹੈ, ਉਹਨਾਂ ਕੋਲ ਕੋਈ ਪੈਸਾ ਨਹੀਂ ਹੈ, ਤਾਂ ਉਹ ਡਿਮਾਂਡ ਨਹੀਂ ਕਰ ਸਕਦੇ। ਤਾਂ ਫਿਰ ਕੈਪੀਟਲਿਸਟ ਕਿਹਦੇ ਵਾਸਤੇ ਇਨਵੈਸਟ ਕਰੇਗਾ, ਕਿਹਦੇ ਵਾਸਤੇ ਪ੍ਰੋਡਕਸ਼ਨ ਕਰੇਗਾ? ਇਸ ਕਰਕੇ ਆਮ ਲੋਕ ਹੀ ਜਦੋਂ ਡਿਮਾਂਡ ਕਰਦੇ ਨੇ ਉਦੋਂ ਹੀ ਕੈਪੀਟਲਿਸਟ ਪ੍ਰੋਡਕਸ਼ਨ ਕਰਦਾ ਹੈ, ਸਪਲਾਈ ਵਧਾਉਂਦਾ ਹੈ ਤੇ ਉਹਦਾ ਬਿਜ਼ਨਸ ਕੰਮ ਕਰਦਾ ਹੈ। ਇਸ ਕਰਕੇ ਜੌਬ ਕ੍ਰੀਏਟ ਕਰਨਾ ਆਮ ਲੋਕਾਂ ਦਾ ਕੰਮ ਹੈ, ਕੈਪੀਟਲਿਸਟ ਦਾ ਕੰਮ ਨਹੀਂ ਹੈ, ਕਿਉਂਕਿ ਆਮ ਲੋਕਾਂ ਦੀ ਡਿਮਾਂਡ ਦੇ ਉੱਤੇ ਹੀ ਜੌਬਸ ਕ੍ਰੀਏਟ ਹੁੰਦੀਆਂ ਨੇ। ਸੋ ਇਹ ਐਕਸਪਰਟਸ ਦਾ ਮੰਨਣਾ ਹੈ। ਸੋ ਖੋਸਲਾ ਸਰ, ਇੱਕ ਜੋ ਸੋਲਿਊਸ਼ਨ ਹੈ ਆਪਾਂ ਲੈ ਸਕਦੇ ਹਾਂ ਕਿ ਜੋ ਯੂਨਾਈਟਿਡ ਨੇਸ਼ਨਸ ਆਰਗੇਨਾਈਜੇਸ਼ਨਸ ਨੇ ਡੈਕਲੇਰੇਸ਼ਨ ਆਫ ਹਿਊਮਨ ਰਾਈਟਸ ਦਿੱਤਾ ਹੈ ਕਿ ਉਸ ਦੇ ਮੁਤਾਬਿਕ ਸਾਰੀਆਂ ਪਾਲਿਸੀਜ਼ ਡਿਜ਼ਾਈਨ ਹੋਣ ਪੂਰੀ ਦੁਨੀਆ ਦੇ ਵਿੱਚ, ਤਾਂ ਇਹ ਗਰੀਬ ਤੇ ਅਮੀਰ ਦਾ ਜੋ ਅੰਤਰ ਹੈ, ਗੈਪ ਹੈ, ਇਹ ਘਟ ਸਕਦਾ ਹੈ। ਬਿਲਕੁਲ ਕਰ ਸਕਦਾ ਜੀ। ਉਸ ਦੇ ਨਾਲ 2-4 ਹੋਰ ਵੀ ਜਿਹੜੇ ਕੰਮ ਨੇ ਜਿਹੜੇ ਹਿੰਦੁਸਤਾਨ ਸਪੈਸੀਫਿਕ ਨੇ, ਕਿਉਂਕਿ ਯੂਨਾਈਟਿਡ ਨੇਸ਼ਨ ਨੇ ਜਿਹੜੀ ਗੱਲ ਕੀਤੀ ਨਾ ਵਰਲਡ ਓਵਰ ਦਿੱਤੀਆਂ ਹੈਗੀਆਂ, ਉਹ ਠੀਕ ਹੈ, ਗਾਈਡਲਾਈਨਸ ਡੈਫੀਨੇਟਲੀ ਉਹ ਹੋਣੀਆਂ ਚਾਹੀਦੀਆਂ ਨੇ, ਪਰ ਉਸ ਦੇ ਨਾਲ ਓਵਰ ਐਂਡ ਅਬਵ, ਕਿਉਂਕਿ ਸਾਡੇ ਕੋਲ ਜਿਹੜੀ ਪ੍ਰੋਬਲਮ ਹੈ ਬਹੁਤ ਜ਼ਿਆਦਾ ਐਕਸੈਂਚੁਏਟਡ ਹੈ। ਜਦੋਂ ਮੈਂ ਕਿਹਾ ਕਿ ਪੂਅਰ ਐਂਡ ਹਾਈਲੀ ਅਨਈਕੁਅਲ, ਤਾਂ ਸਾਨੂੰ ਤਾਂ ਉਸ ਦੇ ਉੱਤੋਂ ਹੋਰ ਜ਼ਿਆਦਾ ਕਦਮ ਚੱਕਣੇ ਚਾਹੀਦੇ ਆ, ਉਹਦੇ ਉੱਤੇ ਜਾ ਕੇ ਕੰਮ ਕਰਨ ਦੀ ਲੋੜ ਹੈ, ਤਾਂ ਕਿ ਅਸੀਂ ਇਸ ਸੋਸ਼ਲ ਅਨਰੈਸਟ ਨੂੰ ਜਾਂ ਜਿਹੜੀ ਸੋਸ਼ਲ ਇਨਇਕੁਐਲਿਟੀ ਜਿਹੜੀ ਵੱਧ ਰਹੀ ਹੈ, ਇਕਨੋਮਿਕ ਇਨਇਕੁਐਲਿਟੀ ਜਿਹੜੀ ਵੱਧ ਰਹੀ ਹੈ, ਉਹਦੇ ਉੱਤੇ ਕੰਮ ਕਰ ਸਕੀਏ। ਮੈਨੂੰ ਲੱਗਦਾ ਵੀ ਜੇ ਅਸੀਂ ਇੱਕ ਤਾਂ ਜਿਹੜੀ ਫੀਮੇਲ ਜਿਹੜੀ ਪੋਪੂਲੇਸ਼ਨ ਹੈ ਆਪਣੀ, ਇਹਨੂੰ ਨੌਕਰੀ ਦੇ ਲਈ ਕੁਛ ਨਾ ਕੁਛ ਕਰੀਏ, ਬਿਕਾਜ਼ ਸਾਡਾ ਸਿਰਫ 9% ਜਿਹੜੀ ਇਹਨਾਂ ਦੀ ਫੀਮੇਲ ਪਾਰਟੀਸਿਪੇਸ਼ਨ ਰੇਸ਼ੋ ਹੈ ਵਰਕ ਦੇ ਵਿੱਚ, ਲੇਬਰ ਫੋਰਸ ਦੇ ਵਿੱਚ ਇਹਨਾਂ ਦੀ ਸਿਰਫ 9%।
ਭਾਗੀਦਾਰੀ ਹੈ ਉਹਨੂੰ ਇਨਕਰੀਜ਼ ਕਰਨ ਦੇ ਲਈ ਕੁਛ ਨਾ ਕੁਛ ਕਰਨਾ ਚਾਹੀਦਾ। ਦੂਜੀ ਜਿਹੜੀ ਚੀਜ਼ ਹੈ ਵੀ ਜਿਹੜੀਆਂ ਸਮਾਲ ਸਕੇਲ ਇੰਡਸਟਰੀ ਹੈ ਉਹ ਡੀਮੋਨਟਾਈਜੇਸ਼ਨ ਔਰ GST ਦੀ ਮਾਰ ਦੇ ਕਾਰਨ ਔਰ ਹੁਣ ਜਿਹੜੀ ਇਹ ਕਰੋਨਾ ਦੀ ਮਾਰ ਪਈ ਹੈ ਇਹਦੇ ਕਾਰਨ ਲਗਾਤਾਰ ਉਹ ਥੱਲੇ ਗਈ ਹੈ। ਤਾਂ ਸਰਕਾਰ ਨੂੰ ਇੱਕ ਡੈਡੀਕੇਟਿਡ ਵਿੰਡੋ ਚਾਹੀਦੀ ਹੈ ਬੈਂਕਾਂ ਵੱਲੋਂ ਖੁਲਵਾ ਦੇਣੀ ਵੀ ਜਿਹੜੀ ਸਿਰਫ ਇਹਨਾਂ ਨੂੰ ਲੋਨਸ ਮੁਹੱਈਆ ਕਰਵਾਏ। ਹਾਲਾਂਕਿ ਸਰਕਾਰ ਨੇ ਕੀਤੇ ਕੁਛ ਯਤਨ ਕੀਤੇ ਪਰ ਉਹ ਰਿਲੈਕਟੈਂਸ ਜਿਹੜੀ ਰਹੀ ਹੈ ਸਰਕਾਰ ਵੱਲੋਂ ਵੀ ਰਹੀ ਹੈ, ਕੰਪਨੀਆਂ ਵੱਲੋਂ ਵੀ ਰਹੀ ਹੈ, ਸਮਾਲ ਸਕੇਲ ਕੰਪਨੀਆਂ ਵੱਲੋਂ ਵੀ, ਔਰ ਤੀਸਰਾ ਜਿਹੜਾ ਬੈਂਕਾਂ ਵੱਲੋਂ ਵੀ ਸੀ ਉਹ ਜਿਹੜੀ ਹਿੱਚ ਹੈ ਇਹ ਸਾਰਿਆਂ ਨੂੰ ਬੈਠ ਕੇ ਉਸ ਹਿੱਚ ਨੂੰ ਉਸ ਰਿਲੈਕਟੈਂਸ ਨੂੰ ਦੂਰ ਕਰਨਾ ਚਾਹੀਦਾ ਵੀ ਜੋ ਕੋਈ ਕਮੀ ਪੇਸ਼ੀ ਰਹਿ ਗਈ ਹੈ ਸਰਕਾਰ ਵੱਲੋਂ ਜਾਂ ਕੰਪਨੀਆਂ ਵੱਲੋਂ ਜਾਂ ਬੈਂਕਾਂ ਵੱਲੋਂ ਉਹਨੂੰ ਦੂਰ ਕੀਤਾ ਜਾਏ ਤਾਂ ਕਿ ਇਹਨਾਂ ਦੇ ਕੋਲ ਅਨਇੰਟਰਪਟਡ ਫਾਈਨਾਂਸ ਪਹੁੰਚੇ, ਪੈਸਾ ਪਹੁੰਚੇ ਔਰ ਇਹ ਪ੍ਰੋਡਕਸ਼ਨ ਕਰ ਸਕਣ ਕਿਉਂਕਿ ਸਭ ਤੋਂ ਜ਼ਿਆਦਾ ਨੌਕਰੀ ਦੀ ਜਿਹੜੀ ਜਨਰੇਸ਼ਨ ਹੈ ਉਹ ਸਮਾਲ ਸਕੇਲ ਕੰਪਨੀਆਂ ਕਰਦੀਆਂ ਨੇ। ਤੀਸਰੀ ਜਿਹੜੀ ਚੀਜ਼ ਹੈ ਮੈਨੂੰ ਇਹ ਤਾਂ ਲੱਗਦਾ ਵੀ ਮਨਰੇਗਾ ਦੇ ਵਿੱਚ ਜਿਹੜਾ ਪੈਸਾ ਹੈ ਉਹ ਘਟ ਗਿਆ ਹੈਗਾ। ਇਸ ਸਾਲ ਜਿਹੜਾ ਪੈਸਾ ਹੈ ਜਿਹੜੇ ਐਸਟੀਮੇਟਸ ਦੱਸਦੇ ਆ ਵੀ ਮਨਰੇਗਾ ਦੇ ਵਿੱਚ ਪੈਸਾ ਇੱਕ ਤਾਂ ਪਹੁੰਚੇ ਨਹੀਂ ਔਰ ਅਗਸਤ ਵਾਲੇ ਬਿੱਲ ਵੀ ਅਜੇ ਪੈਂਡਿੰਗ ਪਏ ਆ ਦਸੰਬਰ ਦੇ ਵਿੱਚ, ਤਾਂ ਉਹਦੇ ਵਿੱਚ ਜਿਹੜਾ ਸਰਕਾਰ ਨੂੰ ਉਹਦੇ ਵਾਸਤੇ ਵੀ ਕੁਛ ਨਾ ਕੁਛ ਯਤਨ ਕਰਨੇ ਚਾਹੀਦੇ ਤਾਂ ਕਿ ਜਿਹੜੇ ਮਾਰਜਨਲਾਈਜ਼ਡ ਸੈਕਸ਼ਨਸ ਨੇ, ਜਿਹੜੇ ਪੂਅਰਰ ਸੈਕਸ਼ਨਸ ਨੇ, ਉਹਨਾਂ ਨੂੰ ਪੈਸਾ ਜਿਹੜਾ ਹੈ ਉਹ ਪਹੁੰਚੇ ਔਰ ਇਨਇਕੁਐਲਿਟੀ ਘਟ ਸਕੇ। ਉਸ ਤੋਂ ਬਾਅਦ ਜਿਹੜੀ ਪਬਲਿਕ ਇਨਵੈਸਟਮੈਂਟ ਹੈ ਸਰਕਾਰ ਵੱਲੋਂ ਜਿਹੜੀ ਜਨਤਕ ਇਨਵੈਸਟਮੈਂਟ ਹੈ, ਕੱਲ ਮੈਂ ਪੜ੍ਹ ਰਿਹਾ ਸੀ ਇੱਕ ਖਬਰ ਆਈ ਹੈ ਜੀ ਕੈਪੀਟਲ ਐਕਸਪੈਂਡੀਚਰ ਜਿਹੜਾ ਸਰਕਾਰ ਵੱਲੋਂ ਖਰਚਾ ਘਟ ਗਿਆ। ਜੇ ਹੁਣ ਸਰਕਾਰ ਹੀ ਖਰਚਾ ਨਹੀਂ ਕਰੇਗੀ, ਕੈਪੀਟਲ ਐਕਸਪੈਂਡੀਚਰ ਨਹੀਂ ਕਰੇਗੀ ਤਾਂ ਪ੍ਰਾਈਵੇਟ ਵਾਲਾ ਕਿੱਥੋਂ ਕਰੇਗਾ? ਪ੍ਰਾਈਵੇਟ ਵਾਲਾ ਤਾਂ ਬਾਅਦ ਦੇ ਵਿੱਚ ਆਉਂਦਾ, ਪਹਿਲਾਂ ਸਰਕਾਰ ਨੂੰ ਇਨੀਸ਼ੀਏਟ ਕਰਨਾ ਪਏਗਾ, ਸਰਕਾਰ ਨੂੰ ਜਿਹੜਾ ਪੈਸਾ ਹੈ ਉਹ ਲਾਉਣਾ ਪਏਗਾ ਜਿਹਦੇ ਨਾਲ ਨੌਕਰੀਆਂ ਜਿਹੜੀਆਂ ਨੇ ਨਿਕਲ ਕੇ ਆਉਣ। ਔਰ ਲਾਸਟ ਮੈਂ ਇੱਕ ਗੱਲ ਹੋਰ ਕਹਿਣਾ ਚਾਹੁੰਦਾ ਬਈ ਜਿਹੜੇ ਮਾਰਜਨਲਾਈਜ਼ ਸੈਕਸ਼ਨਸ ਨੇ ਜਿਹੜੇ ਬਿਲਕੁਲ ਪੂਅਰ ਹੈ, ਕਿਉਂਕਿ ਸਾਡਾ ਜਿਹੜਾ ਐਨਾਲਿਸਿਸ ਹੈ ਉਹ ਦੱਸਦਾ ਕਿ ਲੋਕਾਂ ਤੱਕ ਸਰਕਾਰ ਨੇ ਸਭ ਤੋਂ ਜ਼ਿਆਦਾ ਹੱਥ ਖਿੱਚੀ ਰੱਖਿਆ, ਸਰਕਾਰਾਂ ਨੇ ਪੈਸਾ ਨਹੀਂ ਦਿੱਤਾ, ਹਿੰਦੁਸਤਾਨ ਦੀ ਸਰਕਾਰ ਨੇ ਪੈਸਾ ਨਹੀਂ ਦਿੱਤਾ ਜਾਂ ਸੂਬਾਈ ਸਰਕਾਰਾਂ ਨੇ ਹਿੰਦੁਸਤਾਨ ਦੇ ਵਿੱਚ ਪੈਸਾ ਲੋਕਾਂ ਦੇ ਹੱਥਾਂ ਦੇ ਵਿੱਚ ਡਾਇਰੈਕਟਲੀ ਨਹੀਂ ਪਾਇਆ। ਤਾਂ ਘੱਟੋ ਘੱਟ ਇੱਕ ਸਾਲ ਹੋਰ ਯਾਨੀ ਇਸ ਦਸੰਬਰ ਤੋਂ ਦਸੰਬਰ 2022 ਤੱਕ ਸਰਕਾਰਾਂ ਲੋਕਾਂ ਦੀਆਂ ਜੇਬਾਂ ਦੇ ਵਿੱਚ ਡਾਇਰੈਕਟ ਪੈਸਾ ਪਾਉਣ ਤਾਂ ਕਿ ਸਾਡੇ ਕੋਲ ਜਿਹੜੀਆਂ ਪ੍ਰੋਬਲਮਸ ਨੇ ਉਹ ਖਤਮ ਹੋ ਸਕਣ। ਜਿਹੜਾ ਲੋਕਾਂ ਦਾ ਪੈਸਾ ਉਹਨਾਂ ਨੇ ਮੁਸੀਬਤ ਵੇਲੇ ਬੈਂਕਾਂ ਚੋਂ ਕਢਾਇਆ ਸੀਗਾ ਜਾਂ ਸੋਨਾ ਵੇਚਿਆ ਸੀਗਾ ਜਾਂ ਜਿਹੜਾ ਹੈਲਥ ਦੇ ਉੱਤੇ ਉਹਨਾਂ ਦਾ ਮੈਡੀਕਲ ਚੈੱਕਅਪ ਦੇ ਉੱਤੇ ਜ਼ਿਆਦਾ ਲੱਗ ਗਏ ਪੈਸੇ, ਉਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਪੂਰਾ ਕੀਤਾ ਜਾ ਸਕੇ। ਪੂਰੀ ਦੁਨੀਆ ਦੀਆਂ ਗਵਰਨਮੈਂਟਸ ਨੂੰ ਤੇ ਪੂਰੀ ਦੁਨੀਆ ਦੇ ਸਿਟੀਜ਼ਨਸ ਨੂੰ, ਲੋਕਾਂ ਨੂੰ ਮਿਲ ਕੇ, ਚਾਹੇ ਉਹ ਗਰੀਬ ਨੇ ਚਾਹੇ ਉਹ ਅਮੀਰ ਨੇ, ਇਸ ਇਨਇਕੁਐਲਿਟੀ ਨੂੰ, ਇਸ ਨਾ ਬਰਾਬਰੀ ਨੂੰ ਜੋ ਪੂਰੀ ਦੁਨੀਆ ਦੇ ਵਿੱਚ ਫੈਲੀ ਹੋਈ ਹੈ, ਅਮੀਰ ਗਰੀਬ ਦੇ ਅੰਤਰ ਨੂੰ ਖਤਮ ਕਰ ਦੇਣਾ ਚਾਹੀਦਾ ਹੈ। ਉਹਦੇ ਵਿੱਚ ਹੀ ਸਾਡਾ ਸਾਰਿਆਂ ਦਾ ਭਲਾ ਹੈ, ਉਹਦੇ ਵਿੱਚ ਹੀ ਸਾਡਾ ਆਉਣ ਵਾਲਾ ਜੀਵਨ ਸੁਨਹਿਰਾ ਹੋ ਸਕਦਾ ਹੈ, ਸੇਫ ਹੋ ਸਕਦਾ ਹੈ। ਤੁਹਾਡਾ ਬਹੁਤ ਬਹੁਤ ਸ਼ੁਕਰੀਆ ਖੋਸਲਾ ਸਾਹਿਬ ਕਿ ਤੁਸੀਂ ਇਹ ਜਾਣਕਾਰੀ ਸਾਡੇ ਦਰਸ਼ਕਾਂ ਨਾਲ ਸਾਂਝੀ ਕੀਤੀ, ਆਪਣੀ ਰਿਸਰਚ ਨੂੰ ਸਾਡੇ ਨਾਲ ਸਾਂਝਾ ਕੀਤਾ। ਥੈਂਕ ਯੂ ਸੋ ਮਚ। ਹੋਰ ਅਪਡੇਟਸ ਦੇ ਲਈ ਵੇਖਦੇ ਰਹੋ ਪੰਜਾਬ ਮੇਲ USA TV। ਸਤਿ ਸ੍ਰੀ ਅਕਾਲ।